ਸਤਿਗੁਰੂ ਗੁਰੂ ਗ੍ਰੰਥ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿਨ੍ਹਾਂ ਸਤਿਗੁਰਾਂ ਦੀ ਉਪਮਾ ਜੇ ਵਰਣਨ ਕਰਨ ਲੱਗੀਏ ਤਾਂ ਵਰਣਨ ਕਰਨ ਵਿੱਚ ਆਉਂਦੀ ਨਹੀਂ। ਭੱਟ ਆਪਣੀ ਰਸਨਾ ਤੋਂ ਫਰਮਾਨ ਕਰ ਰਹੇ ਹਨ। ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦਿ ਉਸਤਤ ਕਰੀਐ। ਸਿਧ ਸਾਧਕ ਤੇ ਤੀਸ ਕੋਰ ਕੀਮ ਨ ਪਰੀਐ। ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ। ਪਗ ਹੋ ਗਇਓ ਨਹੀਂ ਜਾਏ, ਪੂਰ ਸਰਬ ਰਿਓ ਸਮਾਏ। ਜਿਹ ਕਾਟੀ ਸਿਲਕ ਦਿਆਲ ਪ੍ਰਭ, ਸੇਜ ਨ ਲੱਗੇ ਭਗਤੇ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਕੌਣ ਜੋਗ ਕੌਣ ਗਿਆਨ ਧਿਆਨ, ਕਵਨ ਵਿਦਿ ਉਸਤਤ ਕਰੀਏ। ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਰਸ ਕਰਨ ਲੱਗੇ ਹਾਂ। ਯੋਗੀ ਲੋਕਾਂ ਨੇ ਯੋਗ ਸਾਧਨਾ ਕੀਤੀ ਹੈ। ਕਿਹੜੇ ਯੋਗ ਦੁਆਰਾ ਅਸੀਂ ਅਰਾਧਨਾ ਕਰੀਏ? ਕਮਨ ਯੋਗ, ਹਠ ਯੋਗ, ਰਾਜ ਯੋਗ, ਮੰਤਰ ਯੋਗ, ਲੈ ਯੋਗ। ਕੌਣ ਗਿਆਨ ਧਿਆਨ, ਕਿੱਥੋਂ ਗਿਆਨ ਲਿਆਈਏ, ਕਿਹਦੇ ਨਾਲ ਧਿਆਨ ਜੋੜੀਏ। ਕਿਹੜੇ ਦੇਵਤੇ ਦੀ ਅਰਾਧਨਾ ਕਰੀਏ ਜੋ ਆਸ਼ੀਰਵਾਦ ਦੇ ਕੇ ਸਰਸਵਤੀ ਨੂੰ ਰਸਨਾ ਤੇ ਬਿਠਾ ਦੇਵੇ। ਕਵਨ ਵਿਦ ਉਸਤਤ ਕਰੀਏ। ਭੱਟ ਕਹਿੰਦੇ ਕਿਹੜੇ ਤਰੀਕੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਾਰੀਫ ਕਰੀਏ? ਸਾਡੇ ਕੋਲ ਉਹ ਅੱਖਰ ਨਹੀਂ ਹਨ। ਸਿੱਧ ਸਾਧਕ ਤੇ ਤੀਸ ਕੋਰ। ਸਿੱਧ ਲੋਕਾਂ ਨੇ ਯੋਗ ਦੀ ਸਾਧਨਾ ਕੀਤੀ ਹੈ। ਸਾਧਕ ਲੋਕਾਂ ਨੇ ਬੜਾ ਗਿਆਨ ਧਿਆਨ 33 ਕਰੋੜ ਦੇਵਤਿਆਂ ਦੀ ਆਰਾਧਨਾ ਕਰਨ ਦੇ ਬਾਅਦ ਜੋ ਪ੍ਰਾਪਤ ਕੀਤਾ, ਉਸ ਦੁਆਰਾ ਜਸ ਕਰਦਿਆਂ ਕਰਦਿਆਂ ਜਿਸ ਵੇਲੇ ਅੰਤ ਤੇ ਪੁੱਜ ਗਏ ਤਾਂ ਕਹਿਣ ਲੱਗੇ ਕਿ ਹੇ ਵਾਹਿਗੁਰੂ, ਤਿਰ ਕੀਮ ਨ ਪਰੀਏ। ਤਿਰ ਮੈਣੇ ਤੇਰੀ ਥੋੜੀ ਜੀ ਵੀ ਕੀਮਤ ਨਹੀਂ ਪਾਈ ਗਈ। ਬ੍ਰਹਮਾਦਿਕ ਸੰਕਾਦ, ਬ੍ਰਹਮਾ ਤੋਂ ਆਦਿ ਲੈ ਕੇ ਜਿੰਨੇ ਵੀ ਸਨਕੇ ਆਦਿ ਬ੍ਰਹਮਾ ਦੇ ਚਾਰੇ ਪੁੱਤਰ ਹਨ। ਸੇਖ ਗੁਣ ਅੰਤ ਨ ਪਾਏ। ਅਤੇ ਸ਼ੇਸ਼ ਨਾਗ ਨੇ ਵੀ ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਅਗਹੋ ਗਇਓ ਨਹੀਂ ਜਾਏ। ਜੋ ਪ੍ਰਭੂ ਅਪਕੜ ਹੈ, ਪਰੇ ਤੋਂ ਪਰੇ ਹੈ, ਪਕੜਿਆ ਨਹੀਂ ਜਾਂਦਾ। ਪੂਰ ਸਰਬ ਰਹਿਓ ਸਮਾਏ। ਸਾਰੇ ਪਰਿਪੂਰਨ ਹੈ, ਸਾਰੇ ਵਿਆਪਕ ਹੈ। ਜਿਹ ਕਾਟੀ ਸਿਲਕ ਦਿਆਲ ਪ੍ਰਭ, ਜਿਨ੍ਹਾਂ ਜਿਨ੍ਹਾਂ ਦੇ ਜੀਵਾਂ ਦੇ ਗਲਾਂ ਵਿੱਚੋਂ ਪ੍ਰਭੂ ਨੇ ਦ્વੈਤ ਦੀ ਫਾਹੀ ਕੱਟ ਦਿੱਤੀ ਹੈ। ਉਹ ਪ੍ਰਾਣੀ ਸੇਜਨ ਲੱਗੇ ਭਗਤੇ, ਉਹ ਭਗਤੀ ਵਿੱਚ ਲੱਗੇ ਹਨ। ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸੇ ਹਨ। ਤੇ ਇਤ ਉਤ ਸਦਾ ਮੁਕਤੇ। ਉਹ ਪ੍ਰਾਣੀ ਇੱਥੇ ਵੀ ਮੁਕਤ ਹਨ, ਪ੍ਰਭੂ ਦੇ ਲੋਕ ਵਿੱਚ ਵੀ ਮੁਕਤ ਹਨ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੀ ਬੇਅੰਤ ਮਹਿਮਾ ਹੈ। ਅੱਜ ਸਹਿਜ ਕੀਰਤੀ ਸ਼ਲੋਕਾਂ ਦੀ ਕਥਾ ਦਾ ਪ੍ਰਾਰੰਭ। ਸ਼ਲੋਕਾਂ ਬਾਰੇ ਜੋ ਵਿਚਾਰ ਵਰਣਨ ਹੋਈ ਹੈ ਉਹ ਇਸ ਪ੍ਰਕਾਰ ਸੁਣਨ ਪੜ੍ਹਨ ਵਿੱਚ ਆਈ ਹੈ ਕਿ ਜਿਸ ਵੇਲੇ ਸ਼ਿਵ ਜੀ ਭਗਵਾਨ ਨੇ ਆਪਣੇ ਰਚੇ ਹੋਏ ਤੀਰਥ ਕਾਂਸ਼ੀ ਦੀ ਬੇਪਤੀ ਹੁੰਦੀ ਵੇਖੀ ਤਾਂ ਉਸਨੇ ਆਰਾਧਨ ਕੀਤਾ ਗੁਰੂ ਨਾਨਕ ਦੇਵ ਜੀ ਦਾ ਕਿ ਮਹਾਰਾਜ, ਕਲੀ ਕਾਲ ਦਾ ਭਿਆਨਕ ਸਮਾਂ ਹੈ। ਤੀਰਥ ਤਾਂ ਰਚੇ ਸੀ ਧਰਮ ਕਰਮਾਂ ਵਾਸਤੇ, ਪਰ ਤੀਰਥਾਂ ਦੇ ਮਾਲਕ ਅਧਰਮੀ ਲੋਕ ਬਣ ਗਏ। ਜਿਹੜੇ ਧਰਮੀ ਸਨ ਉਹਨਾਂ ਦੇ ਸਿਰ ਤੇ ਡੰਡਾ ਅਧਰਮੀਆਂ ਦਾ ਹੈ। ਉਹ ਸੁਤੰਤਰ ਰੂਪ ਵਿੱਚ ਧਰਮ ਦੀ ਗੱਲ ਨਹੀਂ ਕਰ ਸਕਦੇ। ਜੋ ਕਹਿਣਾ ਚਾਹੁੰਦੇ ਹਨ ਉਹ ਕਹਿ ਨਹੀਂ ਸਕਦੇ। ਆਖਰਕਾਰ ਮਜਬੂਰ ਹੋ ਕੇ ਉਹ ਆਪਣੇ ਘਰਾਂ ਵਿੱਚ ਬੈਠ ਗਏ ਹਨ। ਜੋ ਅਧਰਮੀ ਲੋਕ ਹਨ ਉਹਨਾਂ ਨੇ ਧਰਮ ਸਥਾਨ ਆ ਕੇ ਮੱਲ ਲਏ ਹਨ।
ਇਹ ਬੇਪਤੀ ਕਰਦੇ ਹਨ, ਮੇਰੇ ਤੋਂ ਸਹਿਨ ਨਹੀਂ ਹੁੰਦੀ, ਆਪ ਪਖੰਡ ਦੀਆਂ ਧਜੀਆਂ ਉਡਾਉਣ ਵਾਲੇ ਹੋ। ਕਰੋ ਕਿਰਪਾ, ਕਾਸ਼ੀ ਨੂੰ ਵੀ ਪਵਿੱਤਰ ਕਰੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਉਂ ਚੱਲੇ, ਚਲਦੇ ਚਲਦੇ ਬਾਲਾ ਜੀ ਅਤੇ ਮਰਦਾਨਾ ਜੀ ਦੇ ਸਮੇਤ ਕਾਸ਼ੀ ਪੁੱਜੇ, ਬਨਾਰਸ ਗਏ। ਕਾਸ਼ੀ, ਬਨਾਰਸ, ਵਾਰਾਣਸੀ, ਸ਼ਿਵਪੁਰੀ ਇੱਕ ਹੀ ਸ਼ਹਿਰ ਦੇ ਨਾਮ ਹਨ। ਜਿਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਪਹੁੰਚੇ ਇਸ ਨਗਰੀ ਵਿੱਚ ਤਾਂ ਥੋੜਾ ਜਿਹਾ ਬਾਹਰ ਉਦਿਆਨ ਵਿੱਚ ਡੇਰਾ ਲਾ ਦਿੱਤਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਪ੍ਰਭੂ ਦੇ ਰੰਗ ਵਿੱਚ ਮਗਨ ਬੈਠੇ ਤਾਂ ਉਸ ਨਗਰੀ ਵਿੱਚ ਪੰਡਤ ਬੜੇ ਸੰਸਕ੍ਰਿਤ ਵਿਦਿਆ ਪੜ੍ਹੇ ਹੋਏ ਮੌਜੂਦ ਸਨ। ਕੰਨੋ ਕੰਨੀ ਸੋ ਪੈ ਗਈ ਕਿ ਗੁਰੂ ਨਾਨਕ ਦੇਵ ਜੀ ਆਏ ਹਨ। ਤਾਂ ਝੱਟ ਗੋਪਾਲ ਦੱਤ ਆਪਣੇ ਘਰੋਂ ਚੱਲ ਕੇ ਆ ਗਿਆ। ਨਕਸ਼ਾ ਰੋਡ ਦੇ ਲਾਗੇ ਜੋ ਅੱਜ ਗੁਰਦੁਆਰਾ ਗੁਰੂ ਕਾ ਬਾਗ ਹੈ, ਇਸੇ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ 1578 ਬਿਕਰਮੀ ਵਿੱਚ ਕਾਸ਼ੀ ਦੇ ਲੋਕਾਂ ਦਾ, ਕਾਸ਼ੀ ਤੀਰਥ ਵਾਸੀਆਂ ਦਾ ਉਧਾਰ ਸੁਧਾਰ ਕਰਨ ਵਾਸਤੇ ਪੁੱਜੇ ਸਨ। ਤਾਂ ਆਉਂਦਿਆਂ ਸਾਰ ਗੋਪਾਲ ਦੱਤ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਕਿਹੜਾ ਸ਼ਾਸਤਰ ਪੜ੍ਹੇ ਹੋ? ਮੇਰੇ ਨਾਲ ਸ਼ਾਸਤਰ ਦੀ ਚਰਚਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਚਰਚਾ ਤਾਂ ਨਹੀਂ ਕਰਨੀ ਚਾਹੁੰਦੇ। ਇਹਨੇ ਫੇਰ ਆਪਣੇ ਹੰਕਾਰ ਵਿੱਚ ਆ ਕੇ ਕਿਹਾ, ਤੁਸੀਂ ਐਵੇਂ ਗੁਰੂ ਬੜੇ ਫਿਰਦੇ ਹੋ, ਲੋਕ ਤੁਹਾਡੇ ਚਰਨ ਪੂਜਦੇ ਹਨ। ਜੇ ਤੁਹਾਨੂੰ ਸ਼ਾਸਤਰਾਂ ਦਾ ਗਿਆਨ ਨਹੀਂ ਤਾਂ ਤੁਹਾਡਾ ਗੁਰੂ ਕਹਾਉਣਾ ਵੀ ਅਕਾਰਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਵਿਚਾਰ ਕਰਨ ਲੱਗੇ ਕਿ ਜੇ ਅਸੀਂ ਇਹਦੇ ਨਾਲ ਚਰਚਾ ਕੀਤੀ ਤੇ ਕਿਹੜੀ ਵਡਿਆਈ ਦੀ ਗੱਲ ਹੈ। ਇਧਰ ਉਧਰ ਝਾਤ ਮਾਰੀ ਤਾਂ ਉੱਥੇ ਇੱਕ ਕੁੱਤਾ ਮਰਿਆ ਹੋਇਆ ਪਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਕੁੱਤੇ ਵੱਲ ਇਸ਼ਾਰਾ ਕੀਤਾ। ਕੁੱਤਾ ਮਰਿਆ ਨਹੀਂ ਸੀ, ਕੁੱਤਾ ਫਿਰ ਰਿਹਾ ਸੀ। ਜਿਸ ਵੇਲੇ ਸਤਿਗੁਰੂ ਜੀ ਨੇ ਉਹਨੂੰ ਸਮਰੱਥਾ ਦਿੱਤੀ ਤਾਂ ਉਹਦੇ ਸ਼ਕਤੀ ਆ ਗਈ। ਉਹ ਗੋਪਾਲ ਦੱਤ ਦੇ ਨਾਲ ਕੁਝ ਗੱਲਾਂ ਕਰਨ ਲੱਗਾ। ਗੋਪਾਲ ਦੱਤ ਨੂੰ ਕਹਿਣ ਲੱਗਾ, ਐਵੇਂ ਨਾ ਝਗੜਾ ਕਰ, ਮੈਂ ਵੀ ਤੇਰੇ ਵਾਂਗੂ ਸਿਰ ਅੜਾਉਂਦਾ ਸਾਂ ਤੇ ਮੈਨੂੰ ਕੁੱਤੇ ਦਾ ਜਨਮ ਮਿਲਿਆ। ਇਸ ਕੁੱਤੇ ਦੀ ਆਦ ਕਥਾ ਏਦਾਂ ਹੈ ਕਿ ਕਾਸ਼ੀ ਵਿੱਚ ਰਹਿੰਦਾ ਸੀ, ਬੜਾ ਵੱਡਾ ਪੰਡਤ ਸੀ ਵਿਸ਼ਨ ਦੱਤ। ਉੱਥੇ ਕੋਈ ਬੀਤਰਾਗ ਮਹਾਤਮਾ ਆ ਗਏ ਜਿਹੜੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਸਮਝਦੇ ਸਨ, ਕਿਸੇ ਨਾਲ ਲੜਾਈ ਝਗੜਾ ਤੇ ਬਹਿਸ ਨਹੀਂ ਸਨ ਕਰਨੀ ਚਾਹੁੰਦੇ। ਸਾਧੂਆਂ ਵਾਲੇ ਬਸਤਰ ਪਾਏ ਸੀ। ਵਿਸ਼ਨ ਦੱਤ ਨੇ ਕਿਹਾ, ਮਹਾਰਾਜ ਮੇਰੇ ਨਾਲ ਚਰਚਾ ਕਰੋ। ਉਹਨਾਂ ਨੇ ਹੱਥ ਜੋੜ ਦਿੱਤੇ, ਮਹਾਰਾਜ ਸਾਨੂੰ ਚਰਚਾ ਨਹੀਂ ਆਉਂਦੀ, ਅਸੀਂ ਪੜ੍ਹੇ ਨਹੀਂ। ਜੇ ਪੜ੍ਹੇ ਨਹੀਂ ਤੇ ਫਿਰ ਭੇਖ ਕਿਉਂ ਸਾਧੂਆਂ ਵਾਲਾ ਬਣਾਇਆ ਹੈ? ਉਹ ਸਾਧੂ ਉੱਠ ਕੇ ਦੂਜੀ ਜਗ੍ਹਾ ਦੇ ਉੱਤੇ ਜਾ ਕੇ ਬਹਿ ਗਏ। ਉਹਨੇ ਉੱਥੇ ਵੀ ਜਾ ਕੇ ਮਜਬੂਰ ਕੀਤਾ। ਸੰਤ ਤੀਜੀ ਜਗ੍ਹਾ ਤੇ ਚਲੇ ਗਏ, ਚੌਥੀ ਜਗ੍ਹਾ ਤੇ ਚਲੇ ਗਏ, ਪੰਜਵੀਂ ਥਾਂ ਤੇ ਚਲੇ ਗਏ। ਮਗਰੋਂ ਲਵੇ ਹੀ ਨਾ। ਉਹ ਸੰਤਾਂ ਨੇ ਵੀ ਖਿੱਚ ਕੇ ਕਿਹਾ ਵੀ ਮੇਰੇ ਮਗਰ ਕੁੱਤੇ ਵਾਂਗੂ ਕਿਉਂ ਪਿਆ? ਜਦੋਂ ਉਹਨਾਂ ਸੰਤਾਂ ਨੇ ਬਚਨ ਕਹਿ ਦਿੱਤਾ ਤੇ ਉਹਨਾਂ ਦੇ ਬਚਨ ਨੂੰ ਸਤ ਕਰਨ ਵਾਸਤੇ ਜਦੋਂ ਵਿਸ਼ਨ ਦੱਤ ਮਰਿਆ ਤਾਂ ਕੁੱਤੇ ਦੀ ਜੂਨ ਵਿੱਚ ਪਿਆ। ਇਹ ਕੁੱਤਾ ਉਪਦੇਸ਼ ਦੇ ਰਿਹਾ ਵੀ ਮੈਂ ਵੀ ਤੇਰੇ ਵਾਂਗੂ ਝਗੜਦਾ ਸਾਂ ਤੇ ਕੁੱਤੇ ਦੀ ਜੂਨ ਵਿੱਚ ਪੈ ਗਿਆ। ਵਿਦਿਆ ਮੈਂ ਵੀ ਬੜੀ ਪੜ੍ਹੀ ਸੀ, ਵਿਆਕਰਨ ਮੈਂ ਵੀ ਕੋਈ ਨਹੀਂ ਸੀ ਛੱਡੀ ਪੜ੍ਹਨੋਂ, ਵੇਦਾਂ ਸ਼ਾਸਤਰਾਂ ਦਾ ਮੈਨੂੰ ਵੀ ਗਿਆਨ ਸੀ। ਜਿਨ੍ਹਾਂ ਨਾਲ ਤੂੰ ਚਰਚਾ ਕਰਨੀ ਚਾਹੁੰਦਾ, ਇਹ ਤ੍ਰਿਲੋਕੀ ਦੇ ਨਾਥ ਨੇ, ਪ੍ਰਭੂ ਰੂਪ ਨੇ, ਇਹਨਾਂ ਦੇ ਚਰਨ ਪਕੜ ਲਾ, ਇਹਨਾਂ ਨਾਲ ਬਹਿਸ ਨਾ ਕਰ। ਮੈਂ ਤੇਰਾ ਦਾਦਾ ਹਾਂ, ਇਸੇ ਸ਼ਰਾਪ ਨਾਲ ਹੀ ਹੋਇਆ ਹਾਂ, ਕਿਤੇ ਤੂੰ ਵੀ ਨਾ ਸ਼ਰਾਪ ਲੈ ਬਵੇਂ। ਗੋਪਾਲ ਦੱਤ ਨੂੰ ਜਿਸ ਵੇਲੇ ਸੂਝ ਪ੍ਰਾਪਤ ਹੋਈ
ਤਾਂ ਚੱਟ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਕਿਰਪਾ ਕਰੋ, ਮੈਂ ਅੱਗੇ ਪੜ੍ਹ ਚੁੱਕਾ ਹਾਂ ਭਵਿਸ਼ਤ ਪੁਰਾਣ ਦੇ ਅੰਦਰ, ਏਵੰ ਵੈ ਧਰਮ ਪ੍ਰਚਾਰਿਅੰ ਭਵਿਸ਼ਤ ਜਦਾ ਕਲੋ। ਜਿਸ ਵੇਲੇ ਕਲੀ ਕਾਲ ਦਾ ਭਿਆਨਕ ਜ਼ੋਰ ਪੈ ਜਾਵੇਗਾ, ਉਸ ਵੇਲੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਤਦਾ ਵੈ ਲੋਕ ਰਾਖਸ਼ਨਾ ਮਲੇਸ਼ਾਨਾ ਨਾਸ ਹੇਤਵੇ ਪਸ਼ਚਮ ਸੁਬੇ ਦੇਸੇ ਬੇਦੀ ਵੰਸੇ ਜੋ ਨਾਨਕੋ। ਭਵਿਸ਼ਤ ਪੁਰਾਣ ਦੇ 28ਵੇਂ ਅਧਿਆਇ ਦਾ ਇਹ 33ਵਾਂ ਤੇ 34ਵਾਂ ਸ਼ਲੋਕ ਹੈ। ਸਤਿਗੁਰੂ ਜੀ ਇਸ ਗੱਲ ਦਾ ਤੇ ਮੈਨੂੰ ਪਤਾ ਸੀ ਕਿ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਣਾ, ਤਾਂ ਹੀ ਤੇ ਚਰਨ ਸ਼ਰਨ ਵਿੱਚ ਆਇਆ। ਪਰ ਮੇਰੇ ਮਨ ਦਾ ਹੰਕਾਰ ਨਹੀਂ ਜਾਂਦਾ। ਸ਼ਾਸਤਰ ਬੜੇ ਪੜ੍ਹੇ ਹਨ, ਵਿਦਿਆ ਬੜੀ ਪੜ੍ਹੀ ਹੈ, ਆਪ ਕਿਰਪਾ ਕਰਕੇ ਮੇਰਾ ਹੰਕਾਰ ਜਿਹੜਾ ਹੈ ਨਿਵਰਤ ਕਰ ਦਿਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਪਾਲ ਦੱਤ ਦੇ ਪ੍ਰਥਾਏ ਕਾਂਸ਼ੀ ਵਿੱਚ ਇਸ ਬਾਣੀ ਦਾ ਉਚਾਰਨ ਕੀਤਾ। ਆਪ ਸਿਲਸਿਲੇਵਾਰ ਅਰਥ ਸਰਵਣ ਕਰੋ। ਇਕ ਓੰਕਾਰ। ਪਹਿਲੇ ਮੂਲ ਮੰਗਲਾਚਰਨ ਹੈ ਕਿ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਓੰਕਾਰ ਪ੍ਰਕਾਸ਼ ਰੂਪ ਹੈ, ਜਿਸ ਤੋਂ ਸਾਰੇ ਜਗਤ ਦੀ ਉਤਪਤੀ ਹੋਈ ਹੈ। ਇੱਕ ਓੰਕਾਰ ਇਕੱਠਾ ਬੀਜ ਮੰਤਰ ਹੈ, ਬੀਜ ਮੰਤਰ ਸਰਬ ਕੋ ਗਿਆਨ, ਜੋ ਸਾਰੇ ਸਮਗਰ ਸੰਸਾਰ ਦੀ ਉਤਪਤੀ ਕਰਨ ਵਾਲਾ ਹੈ। ਉਹ ਵੀ ਓਮ ਸ਼ਬਦੀ ਹੈ, ਜਿਸ ਤੋਂ ਸਾਰਾ ਜਗਤ ਬਣਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕਾਂਗ ਲਾ ਕੇ ਇਹ ਗੱਲ ਸਿੱਧ ਕਰ ਦਿੱਤੀ। ਜਦੋਂ ਹਿੰਦੂ ਲੋਕ ਓਮਕਾਰ ਦੇ 3 ਅਰਥ ਕਰਦੇ ਸਨ, ਸ਼ਿਵ ਬ੍ਰਹਮਾ ਤੇ ਵਿਸ਼ਨੂੰ, ਕਿ ਬ੍ਰਹਮਾ ਜਗਤ ਰਚ ਰਿਹਾ ਹੈ, ਵਿਸ਼ਨੂੰ ਪਾਲਣਾ ਕਰ ਰਿਹਾ ਹੈ ਤੇ ਸ਼ਿਵ ਜੀ ਸੰਘਾਰ ਕਰ ਰਿਹਾ ਹੈ। ਗੁਰਦੇਵ ਨੇ ਇਕਾਂਗ ਲਾ ਕੇ ਕਹਿ ਦਿੱਤਾ ਕਿ ਇੱਕ ਪ੍ਰਭੂ ਤੋਂ ਜਗਤ ਬਣ ਰਿਹਾ ਹੈ, ਪ੍ਰਭੂ ਹੀ ਪਾਲ ਰਿਹਾ ਹੈ, ਪ੍ਰਭੂ ਦੇ ਹੁਕਮ ਵਿੱਚ ਹੀ ਸੰਘਾਰ ਹੋ ਰਿਹਾ ਹੈ। ਸੋ ਇੱਕ ਓੰਕਾਰ ਬੀਜ ਮੰਤਰ ਹੈ। ਸਤਨਾਮ ਜੋ ਸਤ ਕੁਟਸਥ ਹੈ, ਜੋ ਨਿਰਹਲ ਹੈ, ਜੋ ਕਾਇਮ ਦਾਇਮ ਹੈ, ਜੋ ਸदैवी ਰਹਿਣ ਵਾਲਾ ਹੈ। ਨਾਮ ਦਾ ਅਰਥ ਹੈ ਪ੍ਰਸਿੱਧ, ਜੋ ਸਾਰੇ ਪ੍ਰਸਿੱਧ ਹੈ, ਸਦੀਵ ਕਾਲ ਰਹਿਣ ਵਾਲਾ ਹੈ। ਕਰਤਾ ਪੁਰਖ ਉਹ ਸਾਰੇ ਜਗਤ ਦਾ ਕਰਤਾ ਹੈ। ਕਰ ਮੈਣੇ ਹੱਥ, ਤਾ ਮੈਣੇ ਤਾਰ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਤਾਰ ਵਾਗ ਡੋਰ ਪਕੜੀ ਹੋਈ ਹੈ। ਕਰਤਾ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ, ਜਿਸ ਤੋਂ ਸਾਰਾ ਵਿਸ਼ਵ ਬਣਿਆ ਹੈ। ਪੁਰਖ ਪੂ ਮੈਣੇ, ਪੂ ਨਾਮ ਦੇ ਨਰਕ ਜਿਹੜੇ ਹਨ, ਉਹਨਾਂ ਤੋਂ ਰੱਖ ਮੈਣੇ ਰੱਖਿਆ ਕਰਨ ਵਾਲਾ ਹੈ। ਕਰਤਾ ਪੁਰਖ ਜਾਂ ਪੁਰਖ ਦਾ ਅਰਥ ਹੈ ਮਰਦ, ਏਕਾ ਪੁਰਖ ਸਬਾਈ ਨਾਰ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ। ਇੱਕੋ ਇੱਕ ਅਕਾਲ ਪੁਰਖ ਹੈ, ਇੱਕ ਹੈ, ਸਤ ਹੈ, ਪ੍ਰਸਿੱਧ ਹੈ। ਕਰਤਾ ਸਾਰੇ ਸੰਸਾਰ ਦੇ ਕਰਨ ਵਾਲਾ ਹੈ। ਪੁਰਖ ਇੱਕੋ ਹੀ ਅਕਾਲ ਪੁਰਖ ਹੈ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ। ਨਿਰਭਉ ਜਿਸ ਨੂੰ ਕਿਸੇ ਦਾ ਭਉ ਨਹੀਂ ਹੈ, ਨਿਰਕਈਏ ਨਹੀਂ, ਭਉ ਮਾਨੇ ਡਰ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ ਜੋ ਵੈਰ ਤੋਂ ਰਹਿਤ ਹੈ। ਸਾਡੇ ਸਾਰਿਆਂ ਦੇ ਹਿਰਦੇ ਵੈਰ ਨਾਲ ਭਰੇ ਹਨ। ਸਾਡਿਆਂ ਸਾਰਿਆਂ ਦੇ ਮਨਾਂ ਅੰਦਰ ਭਉ ਡਰ ਹੈ। ਅਸੀਂ ਭਉ ਤੋਂ ਵੀ ਉੱਚੇ ਹੋਣਾ ਹੈ ਤੇ ਵੈਰ ਤੋਂ ਵੀ ਉੱਚੇ ਹੋਣਾ ਹੈ। ਜਿੰਨਾ ਚਿਰ ਵੈਰ ਹੈ ਉਹਨਾਂ ਚਿਰ ਭਉ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਜਦੋਂ ਸਾਡੇ ਮਨ ਚੋਂ ਵੈਰ ਨਿਕਲ ਗਿਆ ਫਿਰ ਡਰ ਵੀ ਚਲਾ ਜਾਵੇਗਾ। ਮਰਦਾਨਾ ਜੀ ਜਾ ਰਹੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ। ਰਸਤੇ ਵਿੱਚ ਮਰਦਾਨਾ ਜੀ ਨੂੰ ਬੜਾ ਡਰ ਆਇਆ, ਬੜਾ ਭੈ ਆਇਆ। ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਬੜਾ ਡਰ ਆਉਂਦਾ। ਗੁਰਦੇਵ ਨੇ ਕਿਹਾ, ਕੋਈ ਡਰ ਵਾਲੀ ਚੀਜ਼ ਹੈ ਕੋਲ ਤਾਂ ਸੁੱਟ ਦੇ। ਇੱਕ ਪੋਟਲੀ ਚੋਰੀ ਗੁਰੂ ਜੀ ਤੋਂ ਬੰਨ ਕੇ ਮਾਇਆ ਦੀ ਲੈ ਗਿਆ ਸੀ। ਰਸਤੇ ਵਿੱਚ ਜਦੋਂ ਪ੍ਰਭੂ ਕੀਰਤੀ ਕੀਤੀ ਤਾਂ ਸਾਰਾ ਸ਼ਹਿਰ ਸਤਿਗੁਰੂ ਜੀ ਦੀ ਬਾਣੀ ਦਾ ਸਨਮਾਨ ਕਰਨ ਵਾਸਤੇ ਚਰਨਾਂ ਤੇ ਢਹਿ ਪਿਆ। ਗੁਰਦੇਵ ਮਹਾਰਾਜ ਜੀ ਦਾ ਹੁਕਮ ਨਹੀਂ ਸੀ ਕੁਝ ਨਾਲ ਲੈ ਕੇ ਤੁਰਨਾ। ਜੋ ਅੰਨ ਜਲ ਮਾਇਆ ਮਿਲੀ, ਗੁਰਦੇਵ ਨੇ ਕਿਹਾ ਇੱਥੇ ਵਰਤਲਾ, ਨਾਲ ਕੁਝ ਨਹੀਂ ਲੈ ਕੇ ਜਾਣਾ, ਅਗਲੇ ਸ਼ਹਿਰ ਕਰਤਾਰ ਫਿਰ ਲਵੇਗਾ। ਜਦ ਨਾਲ ਲੈ ਕੇ ਗਠੜੀ ਤੁਰ ਪਿਆ, ਡਰ ਆਇਆ, ਭੈ ਆਇਆ। ਗੁਰਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗੁਰਦੇਵ ਨੇ ਕਿਹਾ ਸੁੱਟ ਦੇ। ਸੋ ਡਰ ਵਾਲੀ ਚੀਜ਼ ਸੁੱਟ ਦਿੱਤੀ ਤੇ ਡਰ ਦੂਰ ਹੋ ਗਿਆ। ਪ੍ਰਭੂ ਜਿਹੜਾ ਹੈ ਉਸ ਦੇ ਨਾਮ ਵਿੱਚ ਸ਼ਕਤੀ ਹੈ ਕਿ ਉਹ ਵੈਰ ਤੋਂ ਅਤੇ ਡਰ ਤੋਂ ਰਹਿਤ ਕਰ ਦਿੰਦਾ ਹੈ। ਅਕਾਲ ਮੂਰਤ
ਹਾਇਓ ਅਕਾਲ ਕਾਲ ਕਲਪਨਾ ਵਿੱਚ ਨਹੀਂ ਆਉਂਦਾ। ਮੂਰਤ ਉਹ ਸਰੂਪ ਹਸਤੀ ਦਾ ਮਾਲਕ ਹੈ। ਉਹਦਾ ਕਿਹੋ ਜਿਹਾ ਸਰੂਪ ਹੈ, ਇਹ ਅਗਲੇ ਮੰਗਲ ਵਿੱਚ ਇਸ ਦੀ ਵਿਆਖਿਆ ਹੋਵੇਗੀ। ਅਜੂਨੇ ਸਭੰ ਜੂਨਾ ਵਿੱਚ ਨਹੀਂ ਆਉਂਦਾ, ਜੋ 84 ਦੇ ਚੱਕਰ ਤੋਂ ਰਹਿਤ ਹੈ, ਚਾਰ ਖਾਣੀਆਂ ਤੋਂ ਵੀ ਰਹਿਤ ਹੈ। ਸਾਰਾ ਜਗਤ ਜੰਮਦਾ ਹੈ ਮਰਦਾ ਹੈ, ਪਰ ਪ੍ਰਭੂ ਜਨਮ ਮਰਨ ਤੋਂ ਰਹਿਤ ਹੈ, ਅਜਨਮਾ ਹੈ। ਇਸ ਵਾਸਤੇ ਅਜੂਨੀ ਕਿਹਾ ਹੈ। ਸਭੰ ਸੁਤੇ ਪ੍ਰਕਾਸ਼ੀ ਹੈ, ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦਾ, ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ, ਆਪਣੇ ਤੋਂ ਆਪ ਹੀ ਪ੍ਰਕਾਸ਼ਵਾਨ ਹੈ। ਗੁਰ ਪ੍ਰਸਾਦ ਗੁਰ ਮੈਣੇ ਵੱਡਾ, ਪ੍ਰਸਾਦ ਮੈਣੇ ਆਨੰਦ ਸਰੂਪ ਹੈ। ਉਹ ਪ੍ਰਭੂ ਸਾਰਿਆਂ ਤੋਂ ਵੱਡਾ ਹੈ, ਆਨੰਦ ਸਰੂਪ ਹੈ, ਗੁਰੂ ਦੀ ਰਹਿਮਤ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਮਹਾਮੰਤਰ ਦੇ ਅਨੇਕਾਂ ਅਰਥ ਹਨ। ਜੇ ਇਸ ਦੀ ਵਿਆਖਿਆ ਖੋਲ ਕੇ ਕਰੀਏ ਤਾਂ ਕਈ ਦਿਨ ਲੱਗ ਜਾਂਦੇ ਹਨ। ਸ਼ਲੋਕ ਸੰਸਕ੍ਰਿਤੀ ਮਹਲਾ ਪਹਿਲਾ। ਸ਼ਲੋਕ ਛੰਦ ਦਾ ਨਾਮ ਹੈ। ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਣ ਵਾਲੀ ਇਹ ਬਾਣੀ ਹੈ। ਸ਼ਲੋਕਾਂ ਵਿੱਚ ਜੋ ਉਪਦੇਸ਼ ਆਵੇਗਾ, ਇਹਦੇ ਨਾਲ ਪ੍ਰਭੂ ਨਾਲ ਜੀਵ ਇੱਕ ਸੁਰ ਹੋ ਜਾਵੇਗਾ। ਇਹ ਸ਼ਲੋਕ ਕੈਸੇ ਹਨ? ਸਹਿਸ ਕ੍ਰਿਤੀ ਇੱਕ ਨਾਗ ਭਾਖਾ ਮੰਨੀ ਹੈ। ਕਹਿੰਦੇ ਜਿਹੜਾ ਸ਼ੇਸ਼ ਨਾਗ ਹੈ ਉਹਨੇ ਇਸ ਦਾ ਉਚਾਰਨ ਕੀਤਾ ਹੈ। ਇਹ ਸਹਿਸਕ੍ਰਿਤੀ ਨੂੰ ਮਾਂ ਮੰਨਿਆ ਹੈ ਤੇ ਸੰਸਕ੍ਰਿਤ ਨੂੰ ਧੀ ਮੰਨਿਆ। ਇਹ ਪੁਰਾਣੀ ਭਾਸ਼ਾ ਚਲੀ ਆਉਂਦੀ ਹੈ। ਇਸ ਨੂੰ ਸੰਤ ਭਾਸ਼ਾ ਵੀ ਕਹਿੰਦੇ ਹਨ, ਇਸ ਨੂੰ ਪ੍ਰਾਕ੍ਰਿਤ ਭਾਸ਼ਾ ਵੀ ਕਹਿੰਦੇ ਹਨ। ਸੋ ਗਰੀਬ ਨਵਾਜ ਪਾਤਸ਼ਾਹ ਉਸ ਸਮੇਂ ਦੀ ਸੰਤ ਭਾਸ਼ਾ ਦੇ ਵਿੱਚ ਪੰਡਿਤ ਲੋਕ ਸੰਸਕ੍ਰਿਤ ਦਾ ਬੜਾ ਮਾਣ ਕਰਦੇ ਸਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸੰਸਕ੍ਰਿਤ ਦੇ ਲਾਗੇ ਪ੍ਰਾਕ੍ਰਿਤ ਭਾਸ਼ਾ ਵਿੱਚ, ਸੰਤ ਭਾਸ਼ਾ ਵਿੱਚ ਇਹ ਸਹਿਸਕ੍ਰਿਤੀ ਨਾਮ ਦੀ ਰਚਨਾ ਰਚੀ ਹੈ। ਪੜ ਪੁਸਤਕ ਸੰਧਿਆ ਬਾਦਮ ਇਸ ਦੀ ਰਚਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਹਾਂਜੀ। ਪੜ ਪੁਸਤਕ ਸੰਧਿਆ ਬਾਦਮ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਪੰਡਿਤ ਜੀ, ਧਿਆਨ ਦੇ ਕੇ ਸੁਣੋ। ਆਪ ਪੜ੍ਹਦੇ ਹੋ ਪੁਸਤਕਾਂ ਨੂੰ। ਪੜ ਪੁਸਤਕ, ਤੁਹਾਡਾ ਕੰਮ ਹੈ ਪੁਸਤਕਾਂ ਪੜ੍ਹਨੀਆਂ। ਤੇ ਪੁਸਤਕਾਂ ਤੁਸੀਂ ਆਪਣੇ ਭਲੇ ਵਾਸਤੇ ਨਹੀਂ ਪੜ੍ਹਦੇ, ਗਿਆਨ ਵਾਸਤੇ ਨਹੀਂ ਪੜ੍ਹਦੇ, ਆਪਣਾ ਜਨਮ ਸੁਧਾਰਨ ਵਾਸਤੇ ਨਹੀਂ ਪੜ੍ਹਦੇ। ਜਿਵੇਂ ਕਈ ਮੇਰੇ ਭਰਾ ਬੜੀ ਗੁਰਬਾਣੀ ਪੜ੍ਹਦੇ ਨੇ, ਟੀਕੇ ਵੀ ਪੜ੍ਹਦੇ ਨੇ, ਇਤਿਹਾਸ ਵੀ ਪੜ੍ਹਦੇ ਨੇ, ਪਰ ਆਪਣੇ ਭਲੇ ਵਾਸਤੇ ਨਹੀਂ, ਦੂਜਿਆਂ ਨਾਲ ਸਿੰਘ ਫਸਾਉਣ ਵਾਸਤੇ ਪੜ੍ਹਦੇ ਨੇ। ਜਿਹੜੇ ਦੂਸਰਿਆਂ ਨਾਲ ਝਗੜਾ ਕਰਨ ਦੀ ਭਾਵਨਾ ਨਾਲ ਪੜ੍ਹਦੇ ਹਨ, ਉਹਨਾਂ ਦਾ ਪੜ੍ਹਿਆ ਵਿਅਰਥ ਚਲਾ ਜਾਂਦਾ ਹੈ, ਉਹਨਾਂ ਦਾ ਪੜ੍ਹਿਆ ਹੋਇਆ ਫਲੀਭੂਤ ਨਹੀਂ ਹੁੰਦਾ। ਇਸੇ ਕਰਕੇ ਵੱਡੇ ਵੱਡੇ ਪੰਡਿਤ ਜਿਹੜੇ ਹਨ ਅਧੋਗਤੀ ਨੂੰ ਪ੍ਰਾਪਤ ਹੋ ਗਏ। ਭਗਤੀ ਵਾਲੇ ਲੋਕ ਜਿਹੜੇ ਪੜ੍ਹੇ ਕੁਝ ਨਹੀਂ, ਉਹਨਾਂ ਦੀ ਸਦਗਤੀ ਹੋ ਗਈ। ਬੜੇ ਬੜੇ ਵੱਡੇ ਗਿਆਨੀ ਲੋਕ ਨਰਕਾਂ ਵਿੱਚ ਪੈ ਸੜਦੇ ਹਨ। ਕਾਰਨ ਕੀ ਹੈ? ਸਾਰੀ ਉਮਰ ਗੁਰੂ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਪਾਠੀਆਂ ਨੂੰ ਨਰਕਾਂ ਵਿੱਚ ਢੋਈ ਨਹੀਂ ਮਿਲਦੀ। ਜਿਨ੍ਹਾਂ ਨੇ ਕਦੀ ਭੁੱਲ ਕੇ ਗੁਰਬਾਣੀ ਨਹੀਂ ਪੜ੍ਹੀ ਪਰ ਸ਼ਰਧਾ ਭਾਵਨਾ ਦੇ ਪੁਤਲੇ ਹਨ, ਉਹ ਪਰਮਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ। ਸਾਰੀ ਉਮਰ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਨਰਕਾਂ ਵਿੱਚ ਜਗ੍ਹਾ ਨਹੀਂ ਪ੍ਰਾਪਤ ਹੁੰਦੀ। ਜਿਨ੍ਹਾਂ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਪਰ ਗੁਰੂ ਤੇ ਸ਼ਰਧਾ ਹੈ, ਉਹ ਸੱਚਖੰਡ ਦੇ ਮਾਲਕ ਬਣੇ ਬੈਠੇ ਹਨ। ਜਿਨ੍ਹਾਂ ਸਾਰੀ ਉਮਰ ਕਥਾ ਕਰਦਿਆਂ ਕਰਦਿਆਂ ਗੁਜ਼ਾਰ ਦਿੱਤੀ ਤੇ ਕਥਾ ਵੀ ਗੁਰਬਾਣੀ ਦੀ ਕਰਦੇ ਰਹੇ, ਉਹਨਾਂ ਨੂੰ ਵੀ ਸਦਗਤੀ ਪ੍ਰਾਪਤ ਨਹੀਂ ਹੋਈ। ਪਰ ਜਿਨ੍ਹਾਂ ਨੇ ਇੱਕ ਦਿਨ ਸ਼ਰਧਾ ਨਾਲ ਗੁਰੂ ਕੀ ਬਾਣੀ ਦੀ ਕਥਾ ਕੀਤੀ, ਉਹ ਪਰਮਗਤੀ ਨੂੰ ਪ੍ਰਾਪਤ ਹੋਏ। ਕਾਰਨ ਕੀ ਹੈ? ਸਬਬ ਕੀ ਹੈ? ਕੁਝ ਵਿਚਾਰਨਾ ਪਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਗੋਪਾਲ ਦੱਤ ਪੰਡਿਤ ਪ੍ਰਤੀ ਕਹਿ ਰਹੇ ਹਨ ਕਿ ਪੰਡਿਤ ਜੀ ਆਪ ਭਲੇ ਹੋ, ਪੜ ਪੁਸਤਕ। ਆਪ ਪੁਸਤਕਾਂ ਪੜ੍ਹਦੇ ਹੋ, ਪੁਸਤਕਾਂ ਦਾ ਪੜ੍ਹਨਾ ਚੰਗਾ ਹੈ, ਪੁਸਤਕਾਂ ਦਾ ਅਧਿਐਨ ਕਰਨਾ ਮਾੜੀ ਗੱਲ ਨਹੀਂ ਹੈ। ਪੜ ਪੁਸਤਕ ਸੰਧਿਆ ਬਾਦਮ ਫਿਰ ਤੁਸੀਂ ਸੰਧਿਆ ਵੀ ਕਰਦੇ ਹੋ। ਸੰਧਿਆ ਉਹਨੂੰ ਕਹਿੰਦੇ ਹਨ ਸੰਧੀ ਨੂੰ, ਵਿਚਕਾਏ ਦਾ ਸਮਾਂ, ਜਦੋਂ ਸੂਰਜ ਅਸਤ ਨਹੀਂ ਹੋਇਆ ਤੇ ਅਸਤ ਹੋਣ ਵਾਲਾ ਹੈ, ਜਦ ਸੂਰਜ ਚੜਿਆ ਨਹੀਂ ਪਰ ਚੜਨ ਵਾਲਾ। ਰਾਤ ਗੁਜ਼ਰ ਰਹੀ ਹੈ ਤੇ ਦਿਨ ਚੜਨ ਵਾਲਾ ਹੈ, ਉਸ ਸਮੇਂ ਨੂੰ ਸੰਧਿਆ। ਤੇ ਜਦ ਦਿਨ ਗੁਜ਼ਰ ਗਿਆ ਤੇ ਰਾਤ ਪੈਣ ਵਾਲੀ, ਉਹਦਾ ਜਿਹੜਾ ਵਿਚਕਾਏ ਦਾ ਸਮਾਂ ਉਹ ਸੰਧਿਆ ਕਹਾਉਂਦਾ ਹੈ।
ਜਿਵੇਂ ਭਗਤ ਕਬੀਰ ਜੀ ਦਾ ਬਚਨ ਆਇਆ, ਜਹਾਂ ਬੋਲਤੈ ਅਛਰ ਆਵਾ, ਜੈ ਅਬੋਲਤੈ ਮਨ ਨ ਰਹਾਵਾ। ਬੋਲੇ ਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨ ਕੋਈ। ਇਸ ਪ੍ਰਕਾਰ ਦੀਆਂ ਕਈ ਬਰੀਕ ਵਿਚਾਰਾਂ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਗੋਪਾਲ ਦੱਤ ਨੂੰ ਕਹਿੰਦੇ, ਪੰਡਤ ਜੀ ਤੁਸੀਂ ਸੰਧਿਆ ਵੀ ਕਰਦੇ ਹੋ, 2 ਵੇਲੇ ਨਹੀਂ 3 ਵੇਲੇ ਕਰਦੇ ਹੋ। ਤੁਸੀਂ ਪੁਸਤਕਾਂ ਵੀ ਪੜ੍ਹਦੇ ਹੋ, ਪਰ ਤੁਹਾਡੀਆਂ ਪੁਸਤਕਾਂ ਪੜ੍ਹੀਆਂ ਵੀ ਬਾਦਮ ਕਹੀਏ ਵਿਅਰਥ ਹਨ। ਤੁਹਾਡੀ ਕੀਤੀ ਹੋਈ ਸੰਧਿਆ ਵੀ ਵਿਅਰਥ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੁੱਲਾ ਨੇ ਕਿਹਾ, ਕਾਜੀ ਨੇ ਕਿਹਾ, ਮਹਾਰਾਜ ਤੁਸੀਂ ਸਵੱਬੀ ਆ ਗਏ, ਅੱਜ ਜੁਮੇ ਦਾ ਦਿਨ ਹੈ, ਸਾਡੇ ਨਾਲ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿੱਚ ਚੱਲੋ। ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਬੜੀ ਚੰਗੀ ਗੱਲ ਹੈ, ਕਿਉਂ ਨਹੀਂ ਜਾਵਾਂਗੇ। ਚਲੇ ਗਏ ਗੁਰਦੇਵ ਮਹਾਰਾਜ ਜੀ, ਪਰ ਨਮਾਜ਼ ਨਹੀਂ ਪੜ੍ਹੀ। ਆਖਰਕਾਰ ਮੁੱਲਾ ਗੁੱਸੇ ਹੋਇਆ, ਖਫੇ ਹੋਇਆ ਕਿ ਤੁਸੀਂ ਝੂਠੇ ਹੋ, ਤੁਸੀਂ ਵਾਅਦਾ ਕਰਕੇ ਮੁੱਕਰ ਗਏ ਹੋ। ਗੁਰਦੇਵ ਨੇ ਕਿਹਾ, ਵਾਅਦਾ ਕਰਕੇ ਨਹੀਂ ਮੁੱਕਰੇ, ਤੂੰ ਨਮਾਜ਼ ਪੜ੍ਹਦਾ ਹੀ ਨਹੀਂ ਸੈਂ। ਜੇ ਤੂੰ ਪੜ੍ਹਦਾ ਹੁੰਨੋ ਤੇ ਅਸੀਂ ਤੇਰੇ ਨਾਲ ਪੜ੍ਹਦੇ, ਤੂੰ ਤੇ ਘੋੜੇ ਖਰੀਦ ਰਿਹਾ ਸੀ। ਤੇਰੇ ਘਰ ਦੇ ਅੰਦਰ ਤਾਂ ਘੋੜੀ ਸੂਈ ਹੋਈ ਸੀ, ਤੈਨੂੰ ਖਤਰਾ ਸੀ ਕਿ ਕਿਧਰੇ ਵਿਸ਼ੇਰਾ ਖੂਹ ਵਿੱਚ ਨਾ ਡਿੱਗ ਪਵੇ। ਇਸੇ ਤਰ੍ਹਾਂ ਕਿਸੇ ਸਮੇਂ ਪੰਡਤਾਂ ਨੇ ਕਿਹਾ ਗੁਰੂ ਜੀ ਨੂੰ ਕਿ ਸਤਿਗੁਰੂ ਜੀ ਆਏ ਹੋ, ਚਲੋ ਜਗਨਨਾਥ ਮਹਾਰਾਜ ਜੀ ਦੀ ਆਰਤੀ ਉਤਾਰੀਏ। ਗੁਰਦੇਵ ਰਾਜੀ ਹੋ ਗਏ, ਮੰਦਿਰ ਵਿੱਚ ਚਲੇ ਗਏ, ਭਗਵਾਨ ਦੀ ਆਰਤੀ ਉਤਾਰਨ ਲੱਗੇ। ਪੰਡਤ ਤੇ ਗੁਰੂ ਜੀ ਬੈਠੇ ਰਹੇ। ਪੰਡਤ ਬੜੇ ਖਿਜੇ ਕਿ ਮਰਿਆਦਾ ਭੰਗ ਕਰ ਦਿੱਤੀ ਹੈ, ਆਰਤੀ ਉਤਾਰੀ ਨਹੀਂ, ਬਚਨ ਕਰਕੇ ਮੁੱਕਰ ਗਏ ਹਨ। ਗੁਰਦੇਵ ਨੇ ਕਿਹਾ, ਤੁਹਾਡੀ ਸੁਰਤਾ ਇੱਥੇ ਨਹੀਂ ਨਾ, ਤੁਸੀਂ ਤਾਂ ਕੁਝ ਹੋਰ ਹੀ ਕਰ ਰਹੇ ਹੋ। ਜਦੋਂ ਸੱਚੀ ਸੱਚੀ ਗੱਲ ਸਤਿਗੁਰੂ ਜੀ ਨੇ ਦੱਸ ਦਿੱਤੀ, ਢਹਿ ਕੇ ਉਹਨਾਂ ਨੂੰ ਮਜਬੂਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਡਿੱਗਣਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਪੰਡਤ ਜੀ, ਤੁਸੀਂ ਜੋ ਲੋਕਾਂ ਨੂੰ ਵਿਖਾਉਣ ਵਾਸਤੇ ਸੰਧਿਆ ਕਰਦੇ ਹੋ, ਜੋ ਤੁਸੀਂ ਲੋਕਾਂ ਨਾਲ ਝਗੜਾ ਕਰਨ ਵਾਸਤੇ ਪੁਸਤਕਾਂ ਪੜ੍ਹਦੇ ਹੋ, ਉਹ ਤੁਹਾਡੀਆਂ ਪੜ੍ਹੀਆਂ ਹੋਈਆਂ ਪੁਸਤਕਾਂ ਵੀ ਨਿਸਫਲ ਹਨ, ਉਹ ਤੁਹਾਡੀ ਕੀਤੀ ਹੋਈ ਆਰਤੀ ਤੇ ਦੋਵੇਂ ਸਮੇਂ ਦੀ ਸੰਧਿਆ ਵੀ ਜਿਹੜੀ ਹੈ ਵਿਅਰਥ ਹੈ। ਕਿਉਂ? ਜਿੰਨਾ ਚਿਰ ਪਖੰਡ ਦੇ ਸਹਿਤ ਹੋ ਕੇ ਧਰਮ ਦੇ ਕਰਮ ਕੀਤੇ ਜਾਣਗੇ, ਲੇਖੇ ਵਿੱਚ ਨਹੀਂ ਪੈਣਗੇ। ਜਦੋਂ ਅਸੀਂ ਪਖੰਡ ਤੋਂ ਉੱਚੇ ਹੋ ਕੇ ਧਰਮ ਕਰਮਾਂ ਨੂੰ ਕਰਾਂਗੇ, ਪੁਸਤਕਾਂ ਪੜਾਂਗੇ, ਗੁਰਬਾਣੀ ਪੜਾਂਗੇ, ਕਥਾ ਕੀਰਤਨ ਕਰਾਂਗੇ ਜਾਂ ਸੁਣਾਂਗੇ, ਤਾਂ ਫਿਰ ਬਾਤ ਨਹੀਂ ਹੋਏਗੀ, ਫਿਰ ਵਿਅਰਥ ਨਹੀਂ ਜਾਵੇਗੀ, ਫਿਰ ਲੇਖੇ ਵਿੱਚ ਪਵੇਗੀ। ਗਰੀਬ ਨਵਾਜ ਪਾਤਸ਼ਾਹ ਜੀ ਇਸ ਦਾ ਪਖੰਡ ਦੂਰ ਕਰਨ ਵਾਸਤੇ ਉਪਦੇਸ਼ ਦਿੰਦੇ ਹਨ ਕਿ ਤੁਸੀਂ ਤਾਂ ਪੜ੍ਹਦੇ ਹੋ, ਪਰ ਹੰਕਾਰ ਕਰਦੇ ਹੋ, ਇਸ ਵਾਸਤੇ ਤੁਹਾਡੀ ਸੰਧਿਆ ਤੇ ਪੁਸਤਕਾਂ ਦਾ ਅਧਿਐਨ ਵਿਅਰਥ ਚਲਾ ਗਿਆ। ਸਿਰ ਪੂਜ ਬਗਲ ਸਮਾਧਨ। ਫਿਰ ਤੁਸੀਂ ਸਿਲਾ ਦੀ ਵੀ ਪੂਜਾ ਕਰਦੇ ਹੋ। ਸਿਲਾ ਤੋਂ ਮੁਰਾਦ ਸ਼ਿਵਲਿੰਗ ਦੀ ਪੂਜਾ ਕਰਦੇ ਹਨ ਹਿੰਦੂ ਲੋਕ। ਕਾਸ਼ੀ ਵਿੱਚ ਤੇ ਖਾਸ ਕਰਕੇ ਸ਼ਿਵਲਿੰਗ ਦੀ ਪੂਜਾ ਹੈ। 12 ਸ਼ਿਵਲਿੰਗ ਹਨ, ਉਹਨਾਂ ਦੀ ਵੱਖ-ਵੱਖ ਪੂਜਾ ਕਰਨ ਵਾਲੇ। ਜਾਂ ਸਿਲਾ ਨਾਮ ਸਾਲਗ੍ਰਾਮ ਦਾ ਹੈ, ਪੱਥਰ ਦਾ। ਜਿਹੜੇ ਲੋਕ ਜੋਤੀਲਿੰਗ ਦਾ ਪੂਜਨ ਕਰਦੇ ਹਨ, ਸਾਲਗ੍ਰਾਮ ਦੀ ਮੂਰਤੀ ਦੀ ਪੂਜਾ ਕਰਦੇ ਹਨ, ਸਿਲ ਪੂਜਸ ਪੱਥਰ ਦੀ ਪੂਜਾ ਕਰਕੇ ਲਾਗੇ ਨਦੀ ਦੇ ਕੰਢੇ ਉੱਤੇ ਬੈਠ ਜਾਂਦੇ ਹਨ। ਬਗਲ ਸਮਾਧਨ, ਬਗਲੇ ਵਾਂਗੂ ਸਮਾਧੀ ਲਾ ਕੇ ਬੈਠਦੇ ਹੋ। ਮੁਖ ਝੂਠ ਬਭੂਖਣ ਸਾਰਨ। ਤੇ ਮੁਖ ਤੋਂ ਝੂਠ ਬੋਲਦੇ ਹੋ, ਪਰ ਤੁਹਾਡਾ ਝੂਠ ਬੋਲਿਆ ਹੀ ਵਿਭੂਖਣ ਨਾਮ ਗਹਿਣੇ ਦਾ। ਗਹਿਣੇ ਦੀ ਤਰ੍ਹਾਂ ਬੜਾ ਕਾਰਗਰ ਹੁੰਦਾ ਹੈ, ਬੜਾ ਸਫਲਾ ਹੁੰਦਾ ਹੈ। ਲੋਹਾ ਕਾਲਾ ਹੁੰਦਾ ਹੈ, ਲੋਹਾ ਕਰੜਾ ਹੁੰਦਾ ਹੈ। ਝੂਠੇ ਪੁਰਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਲੋਹੇ ਦੀ ਤਰ੍ਹਾਂ ਕਾਲਾ ਤੇ ਕਠੋਰ ਹੁੰਦਾ ਹੈ। ਉਹ ਭਾਵੇਂ ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੋਤ ਨਾ ਸੰਗੇ ਪ੍ਰਾਣੀ, ਐਸੀ ਉਹਨਾਂ ਦੀ ਹਾਲਤ ਹੈ। ਹੇ ਪੰਡਤ ਜੀ, ਤੁਸੀਂ ਮੁਖ ਤੋਂ ਝੂਠ ਬੋਲਦੇ ਹੋ, ਪਰ ਤੁਹਾਡਾ ਝੂਠ ਵੀ ਸੱਚ ਪ੍ਰਤੀਤ ਹੁੰਦਾ ਹੈ। ਇੱਕ ਰਾਜਾ ਸੀ, ਉਸਨੇ ਆਪਣੇ ਮੰਤਰੀਆਂ ਨੂੰ ਪੁੱਛਿਆ ਕਿ ਮੇਰੇ ਹੱਥ ਦੀਆਂ ਤਲੀਆਂ 'ਚ ਰੋਮ ਕਿਉਂ ਨਹੀਂ ਉਗੇ। ਉਹ ਮੰਤਰੀ ਸੋਚ ਕੇ ਕਹਿਣ ਲੱਗੇ, ਮਹਾਰਾਜ ਆਪ ਦਾਨ ਜੋ ਕਰਦੇ ਹੋ ਰੋਜ਼, ਇਸ ਵਾਸਤੇ ਤੁਹਾਡੀਆਂ ਤਲੀਆਂ ਵਿੱਚ ਰੋਮ ਨਹੀਂ ਉਗੇ। ਤਾਂ ਰਾਜੇ ਨੇ ਪੁੱਛਿਆ ਵੀ ਤੁਹਾਡੀਆਂ ਤਲੀਆਂ ਵਿੱਚ ਰੋਮ ਕਿਉਂ ਨਹੀਂ ਉਗੇ। ਤਾਂ ਵਜ਼ੀਰ ਕਹਿਣ ਲੱਗੇ, ਮਹਾਰਾਜ ਅਸੀਂ ਦਾਨ ਲੈਂਦੇ ਜੋ ਹੱਥ ਅੱਡ ਕੇ, ਤੁਸੀਂ ਦਾਨ ਕਰਦੇ ਹੋ ਤੇ ਅਸੀਂ ਦਾਨ ਲੈਂਦੇ ਹਾਂ। ਰਾਜਾ ਕਹਿੰਦਾ ਠੀਕ ਆ, ਪਰ ਜਿਹੜੇ ਇੰਨੇ ਲੋਕ ਬੈਠੇ ਨੇ, ਇਹਨਾਂ ਦੀਆਂ ਹੱਥਾਂ ਦੀਆਂ ਤਲੀਆਂ ਵਿੱਚ ਰੋਮ ਕਿਉਂ ਨਹੀਂ। ਤਾਂ ਵਜ਼ੀਰ ਕਹਿੰਦੇ ਇਹਨਾਂ ਨੂੰ ਮਿਲਦਾ ਕੁਝ ਨਹੀਂ, ਵਿਚਾਰੇ ਹੱਥ ਮਲਦੇ ਰਹਿੰਦੇ ਨੇ, ਇਸ ਵਾਸਤੇ ਇਹਨਾਂ ਦੀਆਂ ਤਲੀਆਂ ਦੇ ਵਿੱਚ ਵੀ ਰੋਮ ਨਹੀਂ ਹਨ।
ਗੱਲ ਝੂਠੀ ਹੈ, ਪਰ ਮੂੰਹ ਤੋਂ ਵਜ਼ੀਰਾਂ ਨੇ ਗਹਿਣੇ ਦੀ ਤਰ੍ਹਾਂ ਸੱਚੀ ਕਰਕੇ ਵਿਖਾ ਦਿੱਤੀ ਹੈ। ਇਤਿਆਦ ਹੋਰ ਵੀ ਸਾਖੀਆਂ ਹਨ। ਜਿਹੋ ਜੀ ਮਜਲਿਸ ਵਿੱਚ ਕੋਈ ਮਨੁੱਖ ਜਾਂਦਾ ਹੈ, ਉਹਦਾ ਅਸਰ ਉਹਦੇ ਤੇ ਅਵਛਮੇਵ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਅਮਲੀ ਅਮਲ ਨ ਛੱਡਣੀ ਹੋਏ ਬਹਿਨ ਇਕੱਠੇ। ਅਮਲੀ ਲੋਕਾਂ ਦਾ ਅਮਲੀਆਂ ਨਾਲ ਪਿਆਰ ਹੈ। ਜਿਉਂ ਜੂਏ ਜੂਆਰੀਆਂ ਲਗ ਦਾਵ ਉਪੱਠੇ। ਜਿਵੇਂ ਜੂਆ ਖੇਡਣ ਵਾਲੇ ਜੁਆਰੀ ਜਿਹੜੇ ਹਨ, ਉਹ ਉਹਦੇ ਵਿੱਚ ਮਸਤ ਰਹਿੰਦੇ ਨੇ। ਸਾਖੀ ਚੋਂ ਸਾਖੀ ਚੇਤੇ ਆ ਜਾਂਦੀ ਹੈ। ਜੂਆ ਖੇਡਣਾ, ਚੌਂਪੜ ਖੇਡਣੀ, ਤਾਸ਼ ਖੇਡਣੀ, ਇਹਦਾ ਝੱਸ ਵੀ ਬੜਾ ਮਾੜਾ ਹੈ। ਇੱਕ ਚੌਂਪੜ ਖੇਡ ਰਿਹਾ ਸੀ ਤੇ ਉਹਦੇ ਕੰਨਾਂ ਵਿੱਚ ਆ ਕੇ ਕਿਸੇ ਨੇ ਸੌ ਪਾਈ ਵੀ ਤੇਰੀ ਮਾਂ ਹੋ ਗਈ ਬਿਮਾਰ, ਚੱਲ ਘਰ ਛੇਤੀ ਜਾ ਕੇ ਕੋਈ ਦਵਾ ਦਾਰੂ ਕਰ। ਉਹ ਕਹਿੰਦਾ ਵੀ ਜਿਹੜੇ ਦੂਸਰੇ ਭਰਾ ਨੇ ਉਹ ਕੀ ਕਰਦੇ ਨੇ, ਉਹਨਾਂ ਨੂੰ ਕਹੋ ਕਿ ਦਵਾ ਦਾਰੂ ਦੇਣ ਤੇ ਮੈਂ ਤੁਰਿਆ ਹੀ ਆਉਣਾ। ਦੂਜੀ ਵੇਰ ਫਿਰ ਸੁਨੇਹਾ ਪਹੁੰਚ ਗਿਆ ਵੀ ਤੇਰੀ ਮਾਂ ਬਹੁਤ ਬਿਮਾਰ ਹੋ ਗਈ, ਯਾਦ ਕਰਦੀ ਤੈਨੂੰ, ਚੱਲ ਚੱਲ ਕੇ ਮੂੰਹ ਵੇਖ ਲੈ, ਦਵਾ ਦਾਰੂ ਬਤੇਰੇ ਦਿੱਤੇ ਨੇ ਪਰ ਕੋਈ ਆਰਾਮ ਨਹੀਂ। ਕਹਿੰਦਾ ਚੱਲ ਮੈਂ ਤੇਰੇ ਮਗਰੇ ਮਗਰੀ ਤੁਰਿਆ ਆਉਣਾ। ਹੁਣ ਤੀਜਾ ਸੁਨੇਹਾ ਆ ਗਿਆ ਵੀ ਮਾਂ ਮਰ ਗਈ ਆ ਤੇ ਉਹਨੂੰ ਸ਼ਮਸ਼ਾਨ ਘਾਟ ਲੈ ਕੇ ਜਾਣਾ, ਹੁਣ ਤੇ ਘਰ ਨੂੰ ਆ ਜਾ। ਕਹਿੰਦਾ ਜਿਹੜੇ ਦੂਜੇ ਚਾਰ ਭਰਾ ਨੇ ਚੁੱਕ ਲਿਆਉਣ, ਮੈਂ ਇੱਥੋਂ ਹੀ ਨਾਲ ਰਲ ਜੂ। ਉਹਨੂੰ ਇੰਨਾ ਝੱਸ ਹੈ ਜੂਏ ਦਾ ਕਿ ਛੱਡ ਕੇ ਘਰ ਜਾ ਨਹੀਂ ਸਕਦਾ। ਜਿਹੜੇ ਅਵਗਣੇ ਆਰੇ ਬੰਦੇ ਹਨ, ਉਹ ਸ਼ੁਭ ਮਾਰਗ ਤੇ ਤੁਰ ਨਹੀਂ ਸਕਦੇ, ਚੱਲ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ, ਮਾਰ ਬੇਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਇਹਦਾ ਅਰਥ ਇਹ ਹੀ ਹੋਇਆ ਨਾ ਵੀ ਜਿਹੜਾ ਚੋਰ ਹੈ ਉਹ ਚੋਰੀ ਨਹੀਂ ਛੱਡਦਾ। ਉਹਨੂੰ ਡਰ ਵੀ ਹੈ ਵੀ ਜੇ ਮੈਂ ਪਕੜਿਆ ਗਿਆ ਸਨ ਤੋਂ ਤੇ ਮਾਰ ਬੜੀ ਪੈਣੀ ਹੈ। ਮਾਰ ਬੇਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਮਾਰਨ ਦਾ ਡਰ ਹੈ, ਮਾਰ ਪੈਂਦੀ ਉਹਨੇ ਵੇਖੀ ਕਈ ਵਾਰ ਚੋਰਾਂ ਨੂੰ, ਪਰ ਫਿਰ ਵੀ ਚੋਰੀ ਨਹੀਂ ਛੁੱਟਦੀ। ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਬਟਵਾਰਾ ਕਹਿੰਦੇ ਲੁੱਟਣ ਵਾਲਾ, ਧਾੜ ਵੀ ਰਾਹ ਵਿੱਚ ਲੁੱਟ ਲੈਂਦਾ ਰਾਂਝਾਂ ਨੂੰ। ਜਿਹੜਾ ਰਾਂਝਾਂ ਨੂੰ ਲੁੱਟਣ ਵਾਲਾ ਹੈ, ਉਹ ਜਦੋਂ ਵੇਖਦਾ ਆਂਢੀ ਗੁਆਂਢੀ ਨੂੰ ਵੀ ਬੱਲੇ ਮੌਜਾਂ ਬਣੀਆਂ, ਨਾ ਕੋਈ ਕੰਮ ਕਰਨਾ ਪਵੇ, ਨਾ ਨੌਕਰੀ ਕਰਨੀ ਪਵੇ, ਰਾਹ ਚੋਂ ਕਿਸੇ ਨੂੰ ਲੁੱਟ ਲਿਆਂਦਾ, ਕਿਸੇ ਦਾ ਪਰਸ ਖੋਹ ਲਿਆ, ਮੌਜਾਂ ਲੁੱਟਦੇ ਨੇ। ਇਹਨਾਂ ਦੇ ਨਾਲ 4 ਦਿਨ ਜਾਵਾਂਗੇ, ਕੀ ਲੋੜ ਖਪਣ ਤਪਣ ਦੀ। ਬੇਸਵਾ ਰਤ ਬ੍ਰਿਥਾ ਪਏ। ਜਿਹੜੇ ਵੇਸਵਾ ਦੇ ਪ੍ਰੇਮੀ ਹਨ, ਬਾਜ਼ਾਰ ਦੀਆਂ ਔਰਤਾਂ ਦੇ ਪਿੱਛੇ ਜਾਂਦੇ ਹਨ, ਬਾਜ਼ਾਰ ਦੇ ਬੰਦਿਆਂ ਦੇ ਮਗਰ ਲੱਗਦੀਆਂ ਹਨ ਔਰਤਾਂ, ਬੇਸਵਾ ਰਤ ਬ੍ਰਿਥਾ ਪਏ। ਭਾਈ ਗੁਰਦਾਸ ਜੀ ਕਹਿੰਦੇ ਉਹ ਰੋਗੀ ਜ਼ਰੂਰ ਹੁੰਦੇ ਹਨ, ਸ਼ਰਤੀਆ ਗੱਲ ਹੈ, ਉਹਨਾਂ ਦੇ ਸਰੀਰ ਨੂੰ ਬਿਮਾਰੀ ਲੱਗ ਜਾਂਦੀ ਹੈ, ਕੋਈ ਨਾ ਕੋਈ ਐਸੀ ਭੈੜੀ ਬਿਮਾਰੀ ਲੱਗ ਜਾਂਦੀ ਹੈ। ਸੁਜਾਕ, ਉਪਦੰਸ ਆਦਿ ਐਸੇ ਭਿਆਨਕ ਰੋਗ ਹਨ ਜੋ ਸੰਤਾਨ ਨੂੰ ਉਹਨਾਂ ਦਾ ਫਲ ਭੋਗਣਾ ਪੈਂਦਾ। ਪੁੱਤਰ ਤੋਂ ਪੋਤਰੇ ਦੇ ਜਿਸਮ ਦੇ ਵਿੱਚ ਉਹਨਾਂ ਦੇ ਕੀੜੇ ਇੰਨੇ ਬਰੀਕ ਨੇ ਕਿ ਹੱਡਾਂ ਵਿੱਚ ਰਚ ਜਾਂਦੇ ਨੇ। 7ਵੀਂ ਕੁਲ ਤੇ ਜਾ ਕੇ ਕੋੜ ਹੋ ਜਾਂਦਾ ਹੈ। ਇਸ ਵਾਸਤੇ ਉਪਦੰਸ ਰੋਗ ਬੜਾ ਭੈੜਾ ਹੈ। ਜੇ ਕਿਸੇ ਨੂੰ ਹੋ ਜਾਵੇ ਤੇ ਅਗਲਾ ਮਾਰੀ ਦਾ ਦੱਸਦਾ ਨਹੀਂ। ਘਾਵ ਚੋਟ ਨਕ ਦੰਤ ਬਖਾਨ, ਗੰਦਲੇ ਪਾਣੀ ਧੋਮਨ ਜਾਨ, ਅੱਤੇ ਸੰਗ ਜੋਨ ਕੇ ਦੋਖ, ਹੋਏ ਉਪਦੰਸ ਪੰਜ ਭਨ ਭੋਗ। ਇਹ 5 ਕਾਰਨਾਂ ਕਰਕੇ ਰੋਗ ਹੁੰਦਾ ਹੈ, ਪਰ ਵਿਸ਼ੇਸ਼ ਕਰਕੇ ਪਰ ਪੁਰਖ ਤੇ ਪਰ ਇਸਤਰੀ ਦੀ ਸੰਗਤ ਤੋਂ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਇਹ ਕੁਰੈਤ ਨਹੀਂ ਤਿਆਗਦੇ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੱਜਰ ਕੁਰੈਤ ਕਰਕੇ ਸਾਨੂੰ ਵਿਵਰਜਿਤ ਕੀਤਾ। ਬੇਸਵਾ ਰਤ ਬ੍ਰਿਥਾ ਪਏ। ਪਰ ਜਿਹੜਾ ਫੇਰ ਵੀ ਇਹ ਕੁਰੈਤ ਕਰੇਗਾ ਰੋਗੀ ਜ਼ਰੂਰ ਹੋਵੇਗਾ। ਮਨ ਮੈਂ ਨਾ ਸ਼ੰਕਾ ਮੰਨੈ। ਪਰ ਹੈਰਾਨਗੀ ਦੀ ਗੱਲ ਇਹ ਹੈ ਵੀ ਸਰੀਰ ਦੇ ਉੱਤੇ ਕੁਸ਼ਟ ਵੀ ਹੋ ਗਿਆ, ਕਈ ਤਰ੍ਹਾਂ ਦੇ ਰੋਗ ਵੀ ਲੱਗ ਗਏ, ਰਾਤ ਦਿਨ ਤੜਫਦਾ ਵੀ ਰਹਿੰਦਾ ਹੈ, ਪਰ ਵੇਸਵਾ ਦੀ ਪ੍ਰੀਤੀ ਅਜੇ ਵੀ ਨਹੀਂ ਛੱਡਣ ਵਾਸਤੇ ਤਿਆਰ, ਉਧਰ ਜਾਣ ਵਾਸਤੇ ਫਿਰ ਵੀ ਤਿਆਰ ਹੈ। ਇੱਕ ਹੋਰ ਪ੍ਰਮਾਣ ਦਿੰਦੇ, ਜੁਆਰੀਨ ਸਰਬੰਸ ਹਾਰੇ ਸਹਿ ਨਾ ਥਕਤ ਹੈ। ਜਿਹੜਾ ਜੁਆਰੀਆ ਬੰਦਾ ਹੈ ਉਹ ਸਾਰਾ ਧਨ ਲੁਟਾ ਦਿੰਦਾ, ਘਰ ਵਾਲੀ ਦੇ ਗਹਿਣੇ ਵੀ ਲਾ ਤੇ ਲਾ ਦਿੰਦਾ, ਮਕਾਨ ਵੀ ਲਾ ਦਿੰਦਾ, ਆਪਣੇ ਵੀ ਗਹਿਣੇ ਬਸਤਰ ਦਾ ਤੇ ਲਾ ਦਿੰਦਾ, ਸਾਰਾ ਸਰਬੰਸ ਹਾਰ ਦਿੰਦਾ, ਪਰ ਥੱਕਦਾ ਨਹੀਂ। ਕਹਿੰਦਾ ਜੇ ਉਧਾਰਾ ਮਿਲ ਜਾਵੇ, ਕਰਜ਼ਾ ਮਿਲ ਜਾਵੇ, ਕੋਈ ਸਾਲਾ ਕੋਈ ਸਹੁਰਾ ਹੀ ਕੁਝ ਦੇ ਦੇਵੇ, ਉਹਦੇ ਨਾਲ ਵੀ ਜੂਆ ਖੇਡ ਲਈਏ। ਜੂਏ ਦਾ ਝੱਸ ਵੀ ਇੰਨਾ ਮਾੜਾ ਹੈ। ਅਮਲੀ ਨਾ ਅਮਲ ਤਜਿਤ ਜਿਉ ਤਰਘਾਰ ਕੀਏ। ਜਿਹੜੇ ਅਮਲੀ ਲੋਕ ਨੇ, ਅਮਲ ਖਾਣ ਦਾ ਜਿਨ੍ਹਾਂ ਨੂੰ ਝੱਸ ਪੈ ਜਾਂਦਾ, ਪੋਸਤ ਪੀਣ ਦਾ, ਸ਼ਰਾਬ ਪੀਣ ਦਾ, ਅਫੀਮ ਖਾਣ ਦਾ, ਚਰਸ ਪੀਣ ਦਾ, ਹੋਰ ਕਈ ਬਿਮਾਰੀਆਂ ਨੇ,
ਉਹ ਅਮਲੀ ਜਿਹੜੇ ਨੇ ਅਮਲ ਨਹੀਂ ਛੱਡਦੇ, ਜਿਉਂ ਤਰਕਾਰ ਕੀਏ। ਭਾਵੇਂ ਉਹਦਾ ਪਿਓ ਲਾਹਣਤਾਂ ਪਾਵੇ, ਭਾਵੇਂ ਉਹਦੀ ਮਾਂ ਗਾਲਾਂ ਕੱਢੇ, ਭਾਵੇਂ ਉਹਦੇ ਰਿਸ਼ਤੇਦਾਰ ਉਹਨੂੰ ਬੁਰਾ ਭਲਾ ਕਹਿਣ, ਪਰ ਉਹ ਸਾਰਿਆਂ ਦੀ ਗੱਲ ਆਪਣੇ ਹਿਰਦੇ ਤੇ ਰੱਖ ਕੇ ਫੇਰ ਵੀ ਇਹ ਕਰਮ ਛੱਡਦਾ ਨਹੀਂ। ਅਮਲੀ ਨਾ ਅਮਲ ਤਜਤ, ਜਿਵੇਂ ਅਮਲੀ ਬੰਦਾ ਅਮਲ ਖਾਣਾ ਨਹੀਂ ਛੱਡਦਾ, ਜਿਉਂ ਤਰਕਾਰ ਕੀਏ। ਭਾਵੇਂ ਕਿੰਨੀਆਂ ਉਹਨੂੰ ਤ੍ਰਿਗਾਂ ਪੈਣ, ਅਦਮ ਦੋਖ ਦੁਖ ਲੋਕ ਬਿਨ ਸੁਨਤ ਸ਼ਕਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਦੋਖ ਵੇਦਾਂ ਸ਼ਾਸਤਰਾਂ ਵਿੱਚੋਂ ਪੜ ਕੇ ਕੋਈ ਚੰਗਾ ਕਥਾਕਾਰ ਗਿਆਨੀ ਸੁਣਾਵੇ ਤੇ ਉਹ ਲੋਕ ਕੰਨਾਂ ਨਾਲ ਸੁਣਨ। ਆ ਥੋੜੇ ਦਿਨ ਹੋਏ ਇੱਥੇ ਲੁੱਟਣ ਕਿਸੇ ਪ੍ਰੇਮੀ ਦੇ ਘਰ ਗਏ ਤੇ ਉਹ ਪਹਿਲਾਂ ਹੀ ਬੋਲ ਉੱਠਿਆ, ਮੂੰਹ ਤੇ ਹੱਥ ਫੇਰ ਕੇ ਕਹਿੰਦਾ, ਬਾਬਾ ਜੀ ਇੱਕ ਇੱਕ ਰੋਮ ਜਿਹੜਾ ਮੈਂ ਕਤਲ ਕਰਦਾ ਨਾ, ਮੈਨੂੰ ਸੰਤਾਂ ਨੇ ਦੱਸਿਆ ਵੀ 100 ਗਊ ਦੇ ਮਾਰਨ ਜਿੰਨਾ ਪਾਪ ਆ। ਤੇ ਮੈਂ ਕਿਹਾ ਨਹੀਂ, ਤੈਨੂੰ ਤੇ ਕੋਈ ਪਾਪ ਨਹੀਂ ਲੱਗਦਾ, ਜੇ ਲੱਗਦਾ ਹੁੰਦਾ ਤੂੰ ਹਾਡੀ ਜਾਨੂ। ਕਹਿੰਦਾ ਜੀ ਨਹੀਂ, ਅਜੇ ਆਦਤ ਜਾਂਦੀ ਨਹੀਂ, ਉਹਦਾ ਇੰਨਾ ਕੁ ਮੈਨੂੰ ਪਤਾ ਲੱਗ ਗਿਆ ਵੀ ਇੱਕ ਇੱਕ ਰੋਮ ਨੂੰ ਕਤਲ ਕਰਨਾ ਬੜਾ ਪਾਪ ਹੈ। ਦੋਖ ਦੁਖ ਲੋਕ ਵੇਦ ਸੁਨਤ ਸ਼ਕਤ ਹੈ। ਉਹਨਾਂ ਪਾਪਾਂ ਦੇ ਦੁੱਖਾਂ ਨੂੰ ਕਈ ਵਾਰ ਕੰਨਾਂ ਵਿੱਚ ਸੁਣਿਆ ਵੀ ਚੋਰੀ ਕਰਨੀ ਮਾੜੀ ਹੈ, ਰਾਹ ਮਾਰੀਆਂ ਦੀ ਸੰਗਤ ਵਿੱਚ ਬਹਿਣਾ ਮਾੜਾ ਹੈ, ਵੇਸਵਾ ਦੀ ਪ੍ਰੀਤੀ, ਜੂਏ ਨਾਲ ਪ੍ਰੇਮ, ਅਮਲੀਆਂ ਦਾ ਸੰਗ ਕਰਨਾ, ਇਹ ਮਾੜੀਆਂ ਗੱਲਾਂ ਨੇ। ਪਰ ਲੋਕ ਸੁਣ ਸੁਣ ਕੇ ਫੇਰ ਵੀ ਮੌਜਾਂ ਲੁੱਟੀ ਜਾਂਦੇ ਨੇ, ਫੇਰ ਵੀ ਇਸ ਰਾਹ ਤੇ ਤੁਰੇ ਜਾਂਦੇ ਨੇ। ਅਦਮ ਅਸਾਧ ਸੰਗ, ਇਹ ਅਦਮ ਲੋਕ ਨੇ, ਪਾਪੀ ਲੋਕ ਨੇ, ਨੀਚ ਲੋਕ ਨੇ, ਗਏ ਗਵਾਤੇ ਲੋਕ ਨੇ, ਪਰ ਤੇਰੇ ਨਾਲੋਂ ਫੇਰ ਵੀ ਚੰਗੇ ਨੇ। ਅਦਮ ਅਸਾਧ ਸੰਗ ਛਾੜਤ ਨ ਅੰਗੀਕਾਰ। ਭਾਈ ਗੁਰਦਾਸ ਜੀ ਸਾਨੂੰ ਕੁਝ ਦੱਸਣਾ ਚਾਹੁੰਦੇ ਨੇ ਵੀ ਇਹ ਪਾਪੀ ਬੰਦੇ ਪਾਪ ਕਰਮ ਵੱਲੋਂ ਨਹੀਂ ਹਟਦੇ ਤੇ ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਕੀ ਹੋ ਗਿਆ ਵੀ ਉਹਨੇ ਬਾਣੀ ਛੱਡ ਦਿੱਤੀ ਆ, ਰਹਿਤ ਰੱਖਣੀ ਛੱਡ ਦਿੱਤੀ, ਗੁਰਦੁਆਰੇ ਆਉਣਾ ਛੱਡ ਦਿੱਤਾ। ਉਹ ਤੇਰੇ ਨਾਲੋਂ ਤੇ ਜਵਾਰੀਏ ਚੰਗੇ ਨੇ, ਚੋਰ ਚੰਗੇ ਨੇ, ਵੇਸਵਾ ਨਾਲ ਪ੍ਰੀਤੀ ਕਰਨ ਵਾਲੇ ਚੰਗੇ ਨੇ, ਉਹ ਬੁਰਾ ਕਰਮ ਨਹੀਂ ਛੱਡਦੇ ਤੇ ਤੂੰ ਭਲਾ ਛੱਡ ਦਿੱਤਾ। ਕਹਿਣ ਤੋਂ ਮਰਾਦ ਵੀ ਜਿਵੇਂ ਬੁਰੇ ਲੋਕ ਬੁਰਾਈ ਨਹੀਂ ਛੱਡਦੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਨੇਕੀ ਨਹੀਂ ਛੱਡਦੇ, ਉਹ ਨੇਕੀ ਦਾ ਪੱਲਾ ਨਹੀਂ ਛੱਡਦੇ। ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਇਸ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਸਾਧ ਸੰਗਤ ਨਹੀਂ ਛੱਡਦਾ। ਇਸ ਵਾਸਤੇ ਸਾਧ ਸੰਗਤ ਸਿੱਖ ਧਰਮ ਦਾ ਸਭ ਤੋਂ ਪਹਿਲਾ ਬੁਨਿਆਦੀ ਗੁਣ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੀ ਇਹ ਹੈ ਕਿ ਸਾਧ ਸੰਗਤ ਕਰਨੀ। ਹੁਣ ਅਸੀਂ ਦੁਕਾਨਦਾਰੀ 'ਚ ਪੈ ਜਾਈਏ ਤੇ ਫਿਰ ਗੁਰੂ ਹੀ ਰਾਖਾ ਹੈ ਨਾ। ਸਤਿਗੁਰੂ ਜੀ ਕੀ ਫਰਮਾਉਂਦੇ ਹਨ, ਮੁਖ ਝੂਠ ਤੇ ਭੋਖਣ ਸਾਰੰ। ਮੋਹ ਤੋਂ ਲੋਕ ਝੂਠੀਆਂ ਗੱਲਾਂ ਕਰਦੇ ਨੇ ਤੇ ਉਹ ਸਾਰੰਗ ਕਹੀਏ ਐਨ ਸ੍ਰਿਸ਼ਟ ਬਣਾ ਕੇ ਗਹਿਣੇ ਦੀ ਤਰ੍ਹਾਂ ਝੂਠੀ ਗੱਲ ਨੂੰ ਸੱਚੀ ਕਰ ਵਿਖਾਉਂਦੇ ਨੇ। ਅਮਲੇ ਅਮਲ ਨ ਛੱਡਣੀ ਹੋਏ ਬੈਨ ਇਕੱਠੇ, ਜਿਉ ਜੂਏ ਜੁਆਰੀਆਂ ਲਗਦਾਵ ਉਹ ਪੱਠੇ, ਚੋਰੀ ਚੋਰ ਨ ਪਲ ਰਹੇ ਦੁਖ ਸਹਿਨ ਕਰਠੇ, ਰਹਿਣ ਨ ਗਣਕਾ ਵਾੜਿਓ ਵੇ ਕਰਮੀ ਨੱਠੇ, ਪਾਪੀ ਪਾਪ ਕਮਾਉਂਦੇ ਓਏ ਫਿਰਦੇ ਨੱਠੇ। ਜਿਵੇਂ ਇਹ ਲੋਕ ਭੱਜੇ ਫਿਰਦੇ ਨੇ ਇਸੇ ਤਰ੍ਹਾਂ ਗੁਰਮੁਖ ਭੱਜੇ ਫਿਰਦੇ ਨੇ ਵੀ ਕਿਤੇ ਕੋਈ ਕੀਰਤਨ ਕਰਨ ਵਾਲਾ ਗੁਰਮੁਖ ਆ ਗਿਆ, ਆਸਾ ਦੀ ਵਾਰ ਲੱਗਣੀ ਤੇ ਸੁਣਨੀ ਹੈ। ਇਸੇ ਪ੍ਰਕਾਰ ਜੇ ਗੁਰੂ ਕੀ ਬਾਣੀ ਦੀ ਕਥਾ ਹੁੰਦੀ ਤੇ 100 ਕੰਮ ਛੱਡ ਕੇ ਸੁਣਨ ਵਾਸਤੇ ਜਾਣਾ। ਜਿਵੇਂ ਦੁਨੀਆ ਦੇ ਕੰਮ ਸਾਡੇ ਬੜੇ ਜ਼ਰੂਰੀ ਹਨ, ਤਿਵੇਂ ਪਰਮਾਰਥ ਦਾ ਬੰਨਾ ਵੀ ਬੜਾ ਜ਼ਰੂਰੀ ਹੈ। ਹੋਣੀ ਤੇ ਮੌਕਾ, ਮੁੜ ਕੇ ਮੌਕਾ ਕਿੱਥੋਂ ਮਿਲਣਾ ਹੈ। ਤ੍ਰੈਪਾਲ ਤੇ ਹਾਲ ਵਿਚਾਰਨ। ਤੁਸੀਂ ਤਿੰਨਾਂ ਪਾਲਾਂ ਵਾਲੀ ਜਿਹੜੀ ਗਾਇਤਰੀ ਹੈ ਉਸ ਮੰਤਰ ਨੂੰ ਨਹੀਂ ਪੜ੍ਹਦੇ ਹੋ। ਤ੍ਰੈਪਾਲ ਤੇ ਹਾਲ ਵਿਚਾਰਨ, 3 ਪਾਲਾਂ ਵਾਲੀ, 3 ਇਸ ਦੀਆਂ ਲੈਣਾ ਹਨ। ਓਮ ਭੂ ਭੁਆ ਸਵਾਹਾ ਤਤ ਵਰਤੇਣਿੰ ਪ੍ਰਭੋ ਦਿਵਸਿਆ ਧੀਮੈ ਧਿਓ ਯੂਨੀ ਪ੍ਰਚੋਦਿਵਾਤ। ਇਹ ਗਾਇਤਰੀ ਮੰਤਰ ਹੈ, ਇਸ ਦਾ ਤੁਸੀਂ ਪੰਡਤ ਜੀ ਹਰ ਰੋਜ਼ ਪਾਠ ਕਰਦੇ ਜੇ। 1 ਵੇਰਾ ਨਹੀਂ ਕਰਦੇ, 3 ਵੇਰਾ ਕਰਦੇ ਜੇ ਤੇ ਸ਼ੁੱਧ ਕਰਦੇ ਜੇ। ਸਾਡੀ ਤਾਂ ਜ਼ੁਬਾਨ ਹੈ ਨਾ ਮੋਟੀ, ਇਸ ਵਾਸਤੇ ਇਹ ਕੁਝ ਭਾਸ਼ਾ ਬਰੀਕ ਹੈ, ਪਰ ਜਿਹੜੇ ਜਿਹੜੇ ਮਹਾਂਪੁਰਸ਼ ਅਧਿਐਨ ਕਰਨ ਵਾਲੇ ਨੇ ਗ੍ਰੰਥਾਂ ਦਾ ਉਹ ਚੰਗੀ ਤਰ੍ਹਾਂ ਜਾਣਦੇ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ ਪੰਡਤ ਜੀ 3 ਪਾਲਾਂ ਵਾਲੀ ਜਿਹੜੀ ਗਾਇਤਰੀ ਹੈ ਨਾ ਉਸ ਦਾ ਤੁਸੀਂ 3 ਵੇਲੇ ਵਿਚਾਰ ਕਰਦੇ, ਮੰਤਰ ਹੀ ਨਹੀਂ ਪੜ੍ਹਦੇ, ਨਾਲ ਉਹਦੇ ਅਰਥਾਂ ਨੂੰ ਵੀ ਵਿਚਾਰਦੇ ਹੋ। ਇਹ ਸੂਰਜ ਦਾ ਮੰਤਰ ਹੈ, ਸੂਰਜ ਦੀ ਇਹਦੇ ਵਿੱਚ ਆਰਾਧਨਾ ਕੀਤੀ ਗਈ ਹੈ।
ਤਿੰਨਾਂ ਪਾਲਾਂ ਵਾਲੀ ਗਾਇਤਰੀ ਮੰਤਰ ਦਾ ਤੇ ਹਾਲ 3 ਵੇਲੇ ਵਿਚਾਰ ਕਰਦੇ ਹੋ, ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ। ਗਲ ਮਾਲਾ ਤਿਲਕ ਲਾਟੰ ਫੇਰ ਤੁਸੀਂ ਗਲ ਵਿੱਚ ਮਾਲਾ ਵੀ ਪਾ ਕੇ ਰੱਖਦੇ ਹੋ ਤੇ ਮੱਥੇ ਦੇ ਉੱਤੇ ਤੁਸੀਂ ਤਿਲਕ ਵੀ ਲਾਉਂਦੇ ਹੋ। ਗਲ ਮਾਲਾ ਗਲ ਵਿੱਚ ਪਾਉਂਦੇ ਹੋ, ਮੱਥੇ ਤੇ ਤਿਲਕ ਲਾਉਂਦੇ ਹੋ। ਦੋ ਧੋਤੀ ਬਸਰ ਕਪਾਟੰ 2 ਧੋਤੀਆਂ ਰੱਖਦੇ ਹੋ, ਇੱਕ ਧੋਤੀ ਬਦਲਦੇ ਹੋ ਤੇ ਦੂਸਰੀ ਵਰਤ ਲੈਂਦੇ ਹੋ। ਦੋਏ ਧੋਤੀਆਂ ਹਰ ਵੇਲੇ 2 ਰੱਖਦੇ ਹੋ। ਬਸਤਰ ਕਪਾਟੰ ਕਹੀਏ ਸਿਰ ਦੇ ਉੱਤੇ ਦਸਮ ਦਵਾਰ ਦੇ ਵਿੱਚ ਇੱਕ ਬਸਤਰ ਗਿੱਲਾ ਕਰਕੇ ਰੱਖ ਲੈਂਦੇ ਹੋ। ਜਿਵੇਂ ਸਿਮਰਨ ਭਜਨ ਕਰਨ ਵਾਲੇ ਲੋਕ ਮੱਖਣ ਰੱਖ ਲੈਂਦੇ ਨੇ, ਕਿੰਨਾ ਬਦਾਮ ਰੋਗਣ ਪਾ ਕੇ ਚੱਸਦੇ, ਸਾਰਾ ਸੁੱਕ ਜਾਂਦਾ। ਜਿਵੇਂ ਇੰਜਣ ਗਰਮ ਹੋ ਜਾਂਦਾ ਨਾ ਮੋਟਰਾਂ ਦਾ, ਕਾਰਾਂ ਦਾ, ਇਸ ਤਰ੍ਹਾਂ ਦੇ ਨਾਲ ਜਿਹੜੇ ਭਜਨ ਕਰਨ ਵਾਲੇ ਉਹਨਾਂ ਦਾ ਸਿਰ ਲੋਹੇ ਦਾ ਚਾਹੀਦਾ, ਲੋਹੇ ਦਾ। ਉਹਨਾਂ ਦੇ ਸਰੀਰ ਨੂੰ ਖੁਸ਼ਕੀ ਆ ਜਾਂਦੀ ਹੈ, ਕਿੰਨਾ ਘਿਓ ਤੇਲ ਮਲਣ ਫਿਰ ਸੁੱਕ ਜਾਂਦਾ ਹੈ। ਤੁਸੀਂ ਆਪਣੇ ਸਿਰ ਦੇ ਉੱਤੇ ਚੌੜਾ ਕਰਕੇ ਇੱਕ ਮਲਮਲ ਦਾ ਕੱਪੜਾ ਵੀ ਰੱਖ ਲੈਂਦੇ ਹੋ, ਪਰ ਇਹ ਭਜਨ ਕਰਨ ਵਾਸਤੇ ਨਹੀਂ ਤੁਸੀਂ ਰੱਖਿਆ ਹੋਇਆ ਸਿਰ ਤੇ। ਇਹ ਤੁਸੀਂ ਧੋਤੀਆਂ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਨੇ। ਮੱਥੇ ਤੇ ਤਿਲਕ ਤੇ ਗਲ ਵਿੱਚ ਮਾਲਾ ਫੇਰਨ ਵਾਸਤੇ ਨਹੀਂ ਪਾਈ ਹੋਈ, ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਪਾਈ। ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਲਾਉਣਾ ਜਾਨਾ। ਭਗਤ ਕਬੀਰ ਜੀ ਫਰਮਾਉਂਦੇ ਹਨ, ਲੋਕਾਂ ਨੇ ਰਾਮ ਨੂੰ ਇੱਕ ਖੜਾਵਾ ਸਮਝ ਲਿਆ। ਇਸ ਪ੍ਰਕਾਰ ਪ੍ਰਭੂ ਨਹੀਂ ਮਿਲਦਾ। ਕਿਵੇਂ ਮਿਲਦਾ ਹੈ? ਜੋ ਜਾਣ ਬ੍ਰਹਮੰ ਕਰਮੰ ਜਿਹੜਾ ਬ੍ਰਹਮ ਦੇ ਕਰਮ ਨੂੰ ਜਾਣ ਲੈਂਦਾ ਹੈ, ਬ੍ਰਹਮ ਦੇ ਭੇਦ ਨੂੰ ਜਾਣ ਲੈਂਦਾ ਹੈ। ਸਭ ਫੋਕਟ ਨਿਸ਼ਚੈ ਕਰਮੰ ਉਹਨੂੰ ਪਤਾ ਲੱਗ ਜਾਂਦਾ ਕਿ ਪ੍ਰਭੂ ਦਾ ਸਿਮਰਨ ਕਰਨਾ ਹੀ ਸ੍ਰਿਸ਼ਟ ਕਰਮ ਹੈ। ਇਹ ਬਾਕੀ ਤੇ ਵਿਖਾਵਾ ਹੈ, ਬਾਕੀ ਤੇ ਪਖੰਡ ਹੈ, ਬਾਕੀ ਤੇ ਕਰਮ ਕਾਂਡ ਹੈ। ਸਭ ਫੋਕਟ ਨਿਸ਼ਚੈ ਕਰਮੰ, ਇਹ ਸਾਰੇ ਫੋਕਟ ਕਰਮ ਹਨ। ਇਹ ਗੱਲ ਉਹਨਾਂ ਨੇ ਨਿਸ਼ਚੈ ਕਰਕੇ ਜਾਣ ਲਈ ਹੈ। ਇਹ ਗੱਲ ਨਿਸ਼ਚੈ ਦੁਆਰਾ ਉਹਨਾਂ ਨੇ ਆਪਣੇ ਮਨ ਵਿੱਚ ਪ੍ਰਪੱਕ ਕਰ ਲਈ ਹੈ। ਇੱਥੇ ਪੌੜੀ ਪੂਰੀ ਹੋਈ ਹੈ। ਸੋ ਹਾਂ, ਕਹੋ ਨਾਨਕ ਨਿਸ਼ਚੈ ਧਿਆਵੈ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਗੋਪਾਲ ਤਤ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਗਿਆਨ ਹੋ ਗਿਆ ਕਿ ਮੈਂ ਸੱਚੀ ਮੁੱਚੀ ਵਿਖਾਵੇ ਦੇ ਕਰਮ ਕਰਦਾ ਸਾਂ, ਪਰ ਪ੍ਰਭੂ ਕਿਵੇਂ ਮਿਲੇ, ਫਿਰ ਕੀ ਕਰਾਂ? ਗੁਰੂ ਨਾਨਕ ਦੇਵ ਜੀ ਕਹਿੰਦੇ ਕਹੋ ਨਾਨਕ। ਗੁਰੂ ਨਾਨਕ ਦੇਵ ਜੀ ਕਹਿੰਦੇ ਨਿਸ਼ਚੈ ਧਿਆਵੇ। ਜਿਹੜਾ ਮਨੁੱਖ ਨਿਸ਼ਚੇ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਕਿ ਇਹ ਜਿਸ ਕੰਮ ਲਈ ਮੈਂ ਜਪਣਾ ਉਹ ਕੰਮ ਹੋ ਹੀ ਜਾਣਾ, ਅਵਛਵੇਵ ਹੋ ਜਾਣਾ ਹੈ, ਬਿਨ ਸਤਿਗੁਰ ਬਾਟ ਨਾ ਪਾਵੈ। ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਪਰ ਪ੍ਰਭੂ ਦੀ ਪ੍ਰਾਪਤੀ ਆਪਣੇ ਆਪ ਨਹੀਂ ਹੁੰਦੀ। ਪਰ ਪ੍ਰਭੂ ਦੀ ਪ੍ਰਾਪਤੀ ਵੀ ਕਿਸੇ ਦੇ ਕਰਵਾਇਆ ਹੁੰਦੀ ਹੈ। ਗੁਰੂ ਤੋਂ ਬਿਨਾਂ ਰਾਹ ਨਹੀਂ ਮਿਲਦਾ। ਇਸੇ ਪ੍ਰਕਾਰ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ। ਰਹਿਤਨਾਮੇ ਵਿੱਚ ਬਚਨ ਆਇਆ ਕਿ ਪੀਓ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਪਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਲਹੈ। ਜਿਹੜਾ ਮਨੁੱਖ ਹੋਰ ਕਿਸੇ ਦੇ ਚਰਨਾਂ ਦਾ ਅੰਮ੍ਰਿਤ ਨਹੀਂ ਪੀਂਦਾ ਫਿਰਦਾ, ਖੰਡੇ ਦਾ ਅੰਮ੍ਰਿਤ ਛਕਦਾ, ਉਹਨੂੰ ਸਿੰਘ ਕਹਿੰਦੇ ਹਨ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਗੋਪਾਲ ਦੱਤ ਨੂੰ ਸਮਝਾਉਂਦੇ ਹਨ ਕਿ ਗੁਰੂ ਤੋਂ ਬਿਨਾਂ ਗਤੀ ਨਹੀਂ। ਤੇ ਹੁਣ ਗੋਪਾਲ ਦੱਤ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਗੁਰੂ ਧਾਰਨ ਕਰਦੇ ਹਨ? ਨਾਨਕ ਨਿਸ਼ਚੈ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ